ਹੈਲੋ एवरीवन ਗਿਲਸ ਮੈਂਟੋਰ ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 28ਵਾਂ ਦੇਖਣ ਲੱਗੇ ਹਾਂ। ਅੱਜ ਸੰਡੇ ਹੈ, ਠੀਕ ਹੈ ਫਰੈਂਡਸ। ਅੱਜ ਸੰਡੇ ਹੈ ਨਾ, ਤਾਂ ਅੱਜ ਮੈਂ ਤੁਹਾਡੇ ਤੋਂ ਟੈਸਟ ਲਵਾਂਗਾ। ਟੈਸਟ ਮੇਰਾ 4th ਹੈ। ਅੱਜ ਮੈਂ ਪਿਛਲੇ 3 ਟੈਸਟ ਤੁਹਾਡੇ ਤੋਂ ਲੈ ਚੁੱਕਾ। ਅੱਜ 4 ਟੈਸਟ ਹੈ। ਉਵੇਂ ਹੀ 50 ਕੁਐਸਚਨ ਦਾ ਟੈਸਟ ਹੋਏਗਾ ਅਤੇ ਹਰੇਕ ਬੱਚੇ ਨੇ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਮੇਰੇ ਕਿੰਨੇ ਕੁਐਸਚਨ ਠੀਕ ਹੈ ਪੰਜਾਬ ਵਿੱਚੋਂ। ਠੀਕ ਹੈ, ਹਰੇਕ ਬੱਚੇ ਨੇ ਜ਼ਰੂਰ ਦੱਸਣਾ ਮੈਨੂੰ। ਤਾਂ ਆਪਾਂ ਸਟਾਰਟ ਕਰਦੇ ਹਾਂ। ਆਪਣਾ ਪਹਿਲਾ ਕੁਐਸਚਨ ਹੈ, ਰਿਕਾਰਡਿੰਗ ਆਫ ਕੈਪੀਟਲ ਕੰਟਰੀਬਿਊਟ ਬਾਈ ਦਾ ਓਨਰ ਹੈਜ਼ ਦਾ ਲਾਇਬਿਲਿਟੀ ਇੰਸ਼ੋਰ ਦਾ ਐਡਹਰੈਂਸ ਆਫ ਪ੍ਰਿੰਸੀਪਲ ਆਫ। ਜਿਹੜਾ ਮੈਂ ਕੈਪੀਟਲ ਕੰਟਰੀਬਿਊਟ ਕਰ ਰਿਹਾ ਉਹ ਇੱਕ ਓਨਰ ਦੀ ਲਾਇਬਿਲਿਟੀ ਹੁੰਦੀ ਹੈ। ਦੱਸੋ ਇਹ ਕਿਹੜਾ ਪ੍ਰਿੰਸੀਪਲ ਕਹਿੰਦਾ ਕਿ ਕਿਹੜੇ ਪ੍ਰਿੰਸੀਪਲ ਦੁਆਰਾ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀ ਉਹ ਕੈਪੀਟਲ ਇਨਵੈਸਟ ਕਰ ਰਿਹਾ, ਜਿਹੜੀ ਪੂੰਜੀ ਇਨਵੈਸਟ ਕਰ ਰਿਹਾ, ਉਹ ਇੱਕ ਤਰ੍ਹਾਂ ਦੀ ਉਹਦੀ ਦੇਣਦਾਰੀ ਹੈ। ਦੱਸੋ ਕਿਹੜਾ ਕੰਸੈਪਟ ਕਹਿੰਦਾ ਉਹ? ਡਬਲ ਐਂਟਰੀ, ਗੋਇੰਗ ਕੰਸਰਨ, ਸੈਪਰੇਟ ਐਂਟਰੀ, ਮਟੀਰੀਅਲਿਟੀ। ਦੱਸੋ ਕਿਹੜਾ ਕੰਸੈਪਟ ਕਹਿੰਦਾ ਕਿ ਜਿਹੜੀ ਉਹ ਕੈਪੀਟਲ ਇਨਵੈਸਟ ਕਰ ਰਿਹਾ ਉਹ ਇੱਕ ਤਰ੍ਹਾਂ ਦੀ ਉਹਦੀ ਲਾਇਬਿਲਿਟੀ ਹੈ? 5 ਸੈਕਿੰਡ ਤੁਹਾਡੇ ਕੋਲ। ਇਹ ਕਹੇਗਾ ਸੈਪਰੇਟ ਐਂਟੀਟੀ। ਠੀਕ ਹੈ ਫਰੈਂਡਸ, ਬਿਜ਼ਨਸ ਅਲੱਗ ਹੈ ਅਤੇ ਉਹਦੀ ਜਿਹੜਾ ਪਰਸਨਲ ਲਾਈਫ ਹੈ, ਪਰਸਨਲ ਲਾਈਫ ਹੈ ਉਹਦੀ ਅਲੱਗ ਹੈ। ਠੀਕ ਹੈ, ਬਿਜ਼ਨਸ ਦਾ ਖਰਚਾ ਬਿਜ਼ਨਸ ਦੇ ਹਿਸਾਬ ਸਿਰ ਚੱਲੇਗਾ। ਠੀਕ ਆ, ਉਹ ਆਪਣੇ ਆਪ ਨੂੰ ਉੱਥੇ ਨਾ ਰੱਖ ਕੇ ਬਿਜ਼ਨਸ ਨੂੰ ਅੱਗੇ ਰੱਖੇਗਾ ਕਿ ਬਿਜ਼ਨਸ ਦੇ ਬਿਹਾਵ 'ਤੇ ਸੋਚੇਗਾ ਸਭ ਕੁਝ। ਤਾਂ ਉਰੇ ਕੀ ਕਵਾਂਗੇ? ਸੈਪਰੇਟ ਐਂਟੀਟੀ ਕੰਸੈਪਟ ਲੱਗੇਗਾ। ਅਗਲਾ ਕੁਐਸਚਨ ਹੈ, ਐਨੀ ਇਨਕਮ ਔਰ ਪ੍ਰੋਫਿਟ ਡਰਾਈਵਡ ਬਾਈ ਕੈਰਿੰਗ ਔਨ ਦਾ ਬਿਜ਼ਨਸ ਔਰ ਡਿਊਰਿੰਗ ਦਾ ਕੋਰਸ ਆਫ ਦਾ ਬਿਜ਼ਨਸ ਇਜ਼ ਕਾਲਡ। ਕੋਈ ਇਨਕਮ ਹੋ ਰਹੀ ਹੈ, ਕੋਈ ਪ੍ਰੋਫਿਟ ਹੋ ਰਿਹਾ, ਇੱਕ ਪਰਟੀਕੂਲਰ ਪੀਰੀਅਡ ਵਿੱਚ ਹੋ ਰਿਹਾ। ਦੱਸੋ ਕਿਹੜਾ ਇਨਕਮ ਪ੍ਰੋਫਿਟ ਉਹਨੂੰ ਕੀ ਕਹਾਂਗੇ ਆਪਾਂ? ਇਸ ਕਾਲਡ ਉਹਨੂੰ ਕੀ ਕਹਾਂਗੇ ਆਪਾਂ? ਕੈਪੀਟਲ ਰਿਸਿਪਟ ਕਹਾਂਗੇ, ਰੈਵਨਿਊ ਰਿਸਿਪਟ ਕਹਾਂਗੇ, ਰੈਵਨਿਊ ਗੇਨ ਕਹਾਂਗੇ, ਕੈਪੀਟਲ ਗੇਨ ਕਹਾਂਗੇ। ਕੋਈ ਇਨਕਮ ਜਾਂ ਪ੍ਰੋਫਿਟ ਇੱਕ ਪਰਟੀਕੂਲਰ ਪੀਰੀਅਡ ਜਾਂ ਡਿਊਰਿੰਗ ਦਾ ਕੋਰਸ ਹੋ ਰਹੀ ਹੈ। ਠੀਕ ਹੈ, ਕੋਈ ਵੀ ਇੱਕ ਸਾਲ ਦੇ ਅੰਦਰ ਹੋ ਸਕਦਾ ਹੈ। ਠੀਕ ਹੈ ਨਾ, 1 ਈਅਰ ਦੇ ਅੰਦਰ ਅੰਦਰ, ਕੋਈ ਇੱਕ ਪੀਰੀਅਡ ਦੇ ਅੰਦਰ ਅੰਦਰ ਕੋਈ ਇਨਕਮ ਹੋ ਰਹੀ ਹੈ, ਕੋਈ ਪ੍ਰੋਫਿਟ ਹੋ ਰਿਹਾ, ਉਹਨੂੰ ਕੀ ਕਹਾਂਗੇ ਆਪਾਂ? ਦੱਸੋ 5 ਸੈਕਿੰਡ ਤੁਹਾਡੇ ਕੋਲ। ਇਸ ਨੂੰ ਕਹਾਂਗੇ ਰੈਵਨਿਊ ਰਿਸਿਪਟ। ਠੀਕ ਹੈ, ਕੋਈ ਵੀ ਇਨਕਮ, ਕੋਈ ਵੀ ਪ੍ਰੋਫਿਟ ਇੱਕ ਪਰਟੀਕੂਲਰ ਸਾਲ ਵਿੱਚ, ਇੱਕ ਪਰਟੀਕੂਲਰ ਪੀਰੀਅਡ ਵਿੱਚ ਹੋਵੇ ਤਾਂ ਉਹ ਹਮੇਸ਼ਾ ਰੈਵਨਿਊ ਰਿਸਿਪਟ ਹੁੰਦੀ ਹੈ। ਅਗਲਾ ਕੁਐਸਚਨ ਹੈ, ਅਮਾਊਂਟ ਰਿਸੀਵਡ ਫਰੋਮ ਦੀ ਪ੍ਰੋਪਰਾਈਟਰਸ ਹੈਜ਼ ਦਾ ਕੈਪੀਟਲ ਔਰ ਲੋਨ ਰਿਸਿਪਟ ਇਜ਼ ਟਰੀਟਡ ਹੈਜ਼ ਅ। ਕੋਈ ਅਮਾਊਂਟ ਰਿਸੀਵਡ ਹੋਈ ਹੈ ਪ੍ਰੋਪਰਾਈਟਰ ਤੋਂ, ਹੈਜ਼ ਦਾ ਕੈਪੀਟਲ ਜਾਂ ਲੋਨ ਰਿਸਿਪਟ, ਕੋਈ ਵੀ ਜਾਂ ਕੋਈ ਕੈਪੀਟਲ ਰਿਸਿਪਟ ਹੈ ਜਾਂ ਕੋਈ ਲੋਨ ਰਿਸਿਪਟ ਹੈ, ਤਾਂ ਉਹ ਕੀ ਮੰਨਿਆ ਜਾਏਗਾ? ਉਹ ਦੱਸੋ ਮੈਨੂੰ। ਕੋਈ ਅਮਾਊਂਟ ਆਈ ਹੈ ਪ੍ਰੋਪਰਾਈਟਰ ਤੋਂ, ਐਜ਼ ਅ ਕੈਪੀਟਲ ਜਾਂ ਲੋਨ, ਮਤਲਬ ਕਿ ਜਾਂ ਤਾਂ ਉਹਨੇ ਪੈਸਾ ਪਾਇਆ ਜਾਂ ਤਾਂ ਉਹਨੇ ਲੋਨ ਪ੍ਰੋਵਾਈਡ ਕਰਕੇ ਦਿੱਤਾ ਬਿਜ਼ਨਸ ਨੂੰ, ਤਾਂ ਉਹਨੂੰ ਕੀ ਮੰਨਾਂਗੇ ਆਪਾਂ? ਕੈਪੀਟਲ ਰਿਸਿਪਟ ਮੰਨਾਂਗੇ, ਰੈਵਨਿਊ ਰਿਸਿਪਟ ਮੰਨਾਂਗੇ, ਰੈਵਨਿਊ ਇਨਕਮ ਮੰਨਾਂਗੇ, ਕੈਪੀਟਲ ਇਨਕਮ ਮੰਨਾਂਗੇ। ਕਿਹੜਾ ਆਪਸ਼ਨ ਠੀਕ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹ ਹੋਏਗਾ ਕੈਪੀਟਲ ਰਿਸਿਪਟ। ਲੌਂਗ ਟਰਮ ਲਈ ਹੈ ਨਾ, ਕੈਪੀਟਲ ਜਿਹੜੀ ਇਨਵੈਸਟ ਕਰ ਰਿਹਾ ਲੌਂਗ ਟਰਮ ਲਈ, ਲੋਨ ਵੀ ਲੌਂਗ ਟਰਮ ਲਈ ਹੁੰਦਾ, ਤਾਂ ਹਮੇਸ਼ਾ ਉਹ ਕੈਪੀਟਲ ਰਿਸਿਪਟ ਹੋਏਗਾ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਐਰਰ ਅਫੈਕਟ ਦੀ ਐਗਰੀਮੈਂਟ ਆਫ ਦੀ ਟ੍ਰਾਇਲ ਬੈਲੈਂਸ। ਇਹਨਾਂ 'ਚੋਂ ਕਿਹੜੇ ਐਰਰਸ ਹਨ ਜੋ ਅਫੈਕਟ ਕਰਦੇ ਨੇ ਟ੍ਰਾਇਲ ਬੈਲੈਂਸ ਨੂੰ? ਪਹਿਲਾ ਕੁਐਸਚਨ ਹੈ, ਪਹਿਲਾ ਆਪਸ਼ਨ ਹੈ ਸੌਰੀ, ਮਿਸਟੇਕ ਇਨ ਦਾ ਬੈਲੈਂਸਿੰਗ ਐਨ ਅਕਾਊਂਟ, omitting to record the transactions entirely in the subsidiary book, recording of the wrong entry in the subsidiary book, posting an entry on the correct side but in the wrong account। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਹੈਗਾ ਜਿਸ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਮੇਰੇ ਐਰਰਸ ਨੂੰ ਇਫੈਕਟ ਕਰਦਾ ਹੈ? ਇਹ 'ਚੋਂ ਕਿਹੜਾ ਸਟੇਟਮੈਂਟ ਐਸੀ ਹੈ ਜਿਸ ਦੁਆਰਾ ਮੇਰੇ ਟ੍ਰਾਇਲ ਬੈਲੈਂਸ ਇਫੈਕਟ ਕਰੇਗਾ? ਦੱਸੋ ਕਿਹੜਾ ਐਰਰ ਐਸਾ ਹੈ ਜੋ ਟ੍ਰਾਇਲ ਬੈਲੈਂਸ ਨੂੰ ਇਫੈਕਟ ਕਰੇਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਹੋਏਗਾ ਮਿਸਟੇਕ ਇਨ ਬੈਲੈਂਸਿੰਗ ਅਕਾਊਂਟਿੰਗ। ਮੈਂ ਕੋਈ ਮਿਸਟੇਕ ਕਰਦਾ ਬੈਲੈਂਸ ਚੱਕਣ ਵਿੱਚ, ਠੀਕ ਹੈ ਨਾ, ਕੋਈ ਬੈਲੈਂਸ ਇੱਕ ਜਿਵੇਂ ਕੈਸ਼ ਦਾ ਬੈਲੈਂਸ ਅਤੇ ਸੇਲ ਦਾ ਬੈਲੈਂਸ। ਕੈਸ਼ ਦਾ ਬੈਲੈਂਸ ਮੈਂ ਜਿਹੜਾ 70,000 ਚੱਕਣਾ 60,000 ਚੱਕ ਲਿਆ, ਅਤੇ ਜਿਹੜੀ ਕੈਸ਼ 'ਚ ਸੇਲ ਹੋਈ ਉਹਦਾ 70,000 ਹੀ ਬੈਲੈਂਸ ਬਣਦਾ ਸੀ, ਅਤੇ 10,000 ਦਾ ਫਰਕ ਪੈ ਗਿਆ। ਠੀਕ ਹੈ ਨਾ, 70 ਨਾਲ ਚੱਕ ਕੇ 60 ਚੱਕ ਲਿਆ ਮੈਨੇ, ਗਲਤੀ ਨੇ ਕੋਈ ਰੋਂਗ ਐਂਟਰੀ ਪਾਤੀ, ਮੈਨੇ ਬੈਲੈਂਸ ਗਲਤ ਚੱਕ ਲਏ, ਤਾਂ ਉਹਦੇ ਨਾਲ ਮੇਰਾ ਟ੍ਰਾਇਲ ਬੈਲੈਂਸ ਦਾ ਡੈਬਿਟ ਵਾਲੀ ਸਾਈਡ ਅਤੇ ਕ੍ਰੈਡਿਟ ਵਾਲੀ ਸਾਈਡ ਨਹੀਂ ਮਿਲੇਗੀ। ਉਹ ਕੈਸ਼ ਡੈਬਿਟ 'ਚ ਪੈਂਦਾ, ਉਹ 'ਚ ਪੈ ਜਾਏਗਾ। ਜਿਹੜੀ ਸੇਲ ਕੈਸ਼ 'ਚ ਹੋਈ ਹੈ, ਸੇਲ ਹੋਈ ਹੈ, ਉਹਦੀ ਅਮਾਊਂਟ ਕ੍ਰੈਡਿਟ 'ਚ ਪਏਗੀ, ਦੋਨਾਂ ਦੀ ਅਮਾਊਂਟ ਨਹੀਂ ਮਿਲੇਗੀ। ਠੀਕ ਹੈ ਨਾ, ਟੋਟਲ ਸੇਮ ਨਹੀਂ ਆਏਗਾ। ਤਾਂ ਮਿਸਟੇਕ ਇਨ ਬੈਲੈਂਸਿੰਗ ਅਕਾਊਂਟ ਵਿੱਚ ਮੈਨੂੰ ਇਫੈਕਟ ਕਰੇਗਾ ਜੇ ਕੋਈ ਮਿਸਟੇਕ ਕਰਾਂਗਾ ਬੈਲੈਂਸਿੰਗ ਕਰਨ ਵਕਤ। ਤਾਂ ਜੇ ਕੋਈ ਐਂਟਰੀ ਮੈਂ ਭੁੱਲ ਜਾਵਾਂਗਾ ਉਹਦਾ ਕੋਈ ਇਫੈਕਟ ਨਹੀਂ ਕਰੇਗਾ। ਜੇ ਕੋਈ ਮੈਂ ਰੋਂਗ ਐਂਟਰੀ ਪਾ ਦਾਂਗਾ ਸਬਸਿਡਰੀ ਬੁੱਕ ਵਿੱਚ
ਤਾਂ ट्रायल बैलेंस ने ऐसा कुछ नहीं देखना। ट्रायल बैलेंस में सिर्फ टोटल देखना कि टोटल सही मिलता है नहीं मिलता, ठीक है ना। जे कोई रोंग एंट्री पा दा मैं सबसिडरी बुक, कोई कैश बुक परचेस बुक सेल बुक मैं कोई रोंग एंट्री पा दूँ, जे मैं पोस्टिंग एंड एंट्री ऑन द करेक्ट साइड, मैंने एंट्री करेक्ट साइड पाई है, मतलब मैंने रोंग अकाउंट चक लिया, मैंने कैश की फ्रॉम राम तो मगर मैंने शाम ਨੂੰ ਚੱਕ ਕੇ ਕ੍ਰੈਡਿਟ ਕਰਤਾ, ਤਾਂ ਉੱਥੇ ਵੀ ट्रायल बैलेंस कोई इफेक्ट नहीं पेगा। तो उरे ਕਿਹੜਾ ऑप्शन ठीक हो जाएगा? ए। अगला क्वेश्चन है, विच ऑफ द फॉलोइंग शुड नॉट बी ट्रीटेड हैज अ रेवेन्यू एक्सपेंडिचर? इस जो केड़ा रेवेन्यू एक्सपेंडिचर नहीं है? पहला ऑप्शन है इंटरेस्ट ऑन लोन एंड डिबेंचर्स, एनुअल फायर इंश्योरेंस प्रीमियम ऑन प्लांट एंड इक्विपमेंट, सेल टैक्स पेड इन कनेक्शन विद द परचेस ऑफ ऑफिस इक्विपमेंट, स्मॉल एक्सपेंडिचर ऑन लॉन्ग लाइव्ड एसेट सच एज द 20 पेपर वेट। दसो इस चो केड़ा एक्सपेंडिचर है जिसनों मैं रेवेन्यू एक्सपेंडिचर नहीं मन्नागा, इज नॉट ट्रीटेड एज अ रेवेन्यू एक्सपेंडिचर। सी ऑप्शन है कि सेल टैक्स पेड इन कनेक्शन विद द परचेस ऑफ ऑफिस इक्विपमेंट, ठीक है। कोई सेल टैक्स पेड कर रहे हैं जो मैं परचेस करने लगा, वो ऐसा कोई रेवेन्यू एक्सपेंडिचर नहीं कहा जाएगा जिस मैं कोई टैक्स पेड कर रहा कि जिस ਉਹਦਾ कनैक्शन किस नाल है, ऑफिस इक्विपमेंट नाल है, यानी कि कोई एसेट नाल है, फिक्स एसेट नाल है, वो मेरा रेवेन्यू एक्सपेंडिचर नहीं मन्निया जाएगा। बाकी जिन्ने भी इंटरस्ट ऑन लोन, एनुअल फायर इंश्योरेंस, स्मॉल एक्सपेंडिचर, ये सारे रेवेन्यू एक्सपेंडिचर हैं। मगर जो सेल टैक्स पेड कर रहे हैं मैं कोई एसेट फिक्स एसेट ली, वो मेरा रेवेन्यू एक्सपेंडिचर नहीं होएगा, वो कैपिटल एक्सपेंडिचर होएगा, ठीक है फ्रेंड्स। और एक ऑप्शन आ जाएगा? सी। अगला क्वेश्चन है, विच ऑफ द फॉलोइंग इज एन आइटम ऑफ कैपिटल एक्सपेंडिचर? इन्होंने चो केड़ी आइटम है कैपिटल एक्सपेंडिचर दी है? रिसर्च एंड डेवलपमेंट, कॉस्ट ड्यूरिंग द ईयर, ठीक है, इंटरस्ट ऑन बोरड फंड यूटिलाइज एक्विजिशन ऑफ ऑफिस फर्नीचर, इंस्टॉलेशन चार्जेस पेड इन कंजक्शन विद द परचेस ऑफ ऑफिस इक्विपमेंट, ठीक है, या मंथली रेंट ऑफ मशीनरी यूज इन द बिजनेस। इस चो केड़ा एक्सपेंडिचर जेड़ा वो कैपिटल एक्सपेंडिचर है? दसो। 5 सैकंड तुहाडे कोल। इसका आंसर आएगा सी, ठीक है। ਜਿਹੜੇ इंस्टॉलेशन चार्जिस पेड कर रहे हैं मैं परचेस कर रहा ऑफिस इक्विपमेंट नाल, वो ਕਿਹੜਾ एक्सपेंडिचर होएगा? कैपिटल एक्सपेंडिचर होएगा। ਇਹਦੀ ਐਡੀਸ਼ਨ ਵਿੱਚ ਇਸ ਨੂੰ ਐਡ ਕਰਾਂਗਾ मैं, एक तरह का कैपिटल एक्सपेंडिचर है, ठीक है। अगला क्वेश्चन है, विच ऑफ द फॉलोइंग इनहेंसिस द अर्निंग कैपेसिटी ऑफ एन एसेट? ਕਿਹੜੇ ਇਹਨਾਂ ਚੋਂ ਕਿਹੜੇ ਸਟੇਟਮੈਂਟ ਹੈ, ਕਿਹੜੀ ਕਿਹੜੀ ਆਪਸ਼ਨ ਹੈ ਜਿਹਦੇ ਨਾਲ ਮੇਰੀ अर्निंग कैपेसिटी ਵੱਧ ਜਾਂਦੀ ਹੈ, ठीक है। एक अर्निंग कैपेसिटी बन जाती कैसेट की, ठीक है, मतलब कि उसकी कैसेट की वैल्यू दोबारा बन जाती है, ताकि उसकी वैल्यू बन जाती है, कहने का भाव ये है। दसो इनक्रीज इन वर्किंग कैपेसिटी ऑफ एन एसेट किदे नाल? विच ऑफ द फॉलोइंग इनहेंसिस द अर्निंग कैपेसिटी ऑफ एन एसेट का मतलब हो गया किस नाल, इन्हां चारां चों किस नाल मेरी अर्निंग कैपेसिटी वध जाती है, इनहेंस करती है, मतलब वध जाती है। दसो इनक्रीज इन वर्किंग कैपेसिटी ऑफ एन एसेट, रिडक्शन इन ऑपरेशन कॉस्ट, रिप्लेस डैमेज पार्ट ऑफ एन एसेट, बोथ ए एंड सी। इन्हां चार ऑप्शनों चों किहदे नाल किहड़े किहड़े ऑप्शन लगण जिहदे नाल मेरी अर्निंग कैपेसिटी बढ़ जाएगी एक पर्टिकुलर एसेट की, अर्निंग कैपेसिटी बढ़ जाएगी पर्टिकुलर एसेट की, किहड़ा ऑप्शन ठीक होएगा इन्हां चों? इन्हां चों होएगा डी ऑप्शन। एक तो मैं जे मेरी वर्किंग कैपेसिटी बढ़ जाए, इंक्रीज़ हो जाए, तो दूजा मैं जे कोई डैमेज कोई पर्टिकुलर एसेट के पार्ट्स डैमेज हैं और रिप्लेस हो जाए, उन्होंने नाल मेरी की हो जाएगी अर्निंग कैपेसिटी बढ़ जाएगी। तो बोथ ए एंड सी। कैपिटल एक्सपेंसिस शोन इन, जोड़े कैपिटल एक्सपेंसिस हैं वो मैं कितने शो करदा? बैलेंस शीट, PL, ट्रेडिंग अकाउंट, नन ऑफ दिस। किहड़ा ऑप्शन ठीक होएगा? 5 सैकंड तुहाडे कोल। ਇਹਦਾ ऑप्शन होएगा बैलेंस शीट। बैलेंस शीट ਜਿਹੜਾ कैपिटल एक्सपेंसिस मतलब कोई एसेट खरीदे आपने, ठीक है, कोई एसेट खरीदे है तो एक्सपेंस है मगर कैपिटल एक्सपेंस है। कैपिटल एक्सपेंस कभी भी PL अकाउंट नहीं आता, कोई इंडायरेक्ट एक्सपेंस नहीं है, ठीक है ना। एक सोर्स है साढ़े बिजनेस का, मगर कितना का खर्चा ही है, मगर सोर्स है वो बैलेंस शीट में ही आएगा, ठीक है, एसेट साइड आएगा, ठीक है, ठीक है, एसेट साइड भी आ सकता है, ठीक है ना।
ਤੇ ਕਿ ਲਾਇਬਿਲਿਟੀ ਸਾਈਡ ਵੀ ਆ ਸਕਦਾ ਹੈ। ਠੀਕ ਹੈ, ਮੈਟਰ ਕਰਦਾ ਕਿ ਉਸਦਾ ਨੇਚਰ ਕਿਵੇਂ ਦਾ ਹੈ। ਠੀਕ ਹੈ, ਤੇ ਇਹ ਆਏਗਾ ਬੈਲੈਂਸ ਸ਼ੀਟ, ਇਹ ਆਪਸ਼ਨ। ਐਕਸਪੈਂਸਿਸ ਆਫ ਦੀ ਫੋਲੋਇੰਗ ਨੇਚਰ ਆਰ ਟ੍ਰੀਟਡ ਐਜ਼ ਅ ਰੈਵਨਿਊ ਐਕਸਪੈਂਸਿਸ ਐਕਸੈਪਟ। ਇਹਨਾਂ ਐਕਸਪੈਂਸਿਸ ਆਫ ਦੀ ਜਿਹੜੀ ਫੋਲੋਇੰਗ ਨੇਚਰ ਹੈ ਉਹ ਟਰੀਟ ਕਰਦੇ ਆਪਾਂ ਰੈਵਨਿਊ ਐਕਸਪੈਂਸਿਵ। ਮੈਂ ਕਿਹਾ ਐਕਸੈਪਟ ਕਿਹਨੂੰ ਛੱਡ ਕੇ? expensive for a day-to-day running of the business, putting in a new asset in a working condition, depreciation, purchase of raw material। ਇਹਨਾਂ ਚੋਂ ਕਿਹੜਿਆਂ ਨੂੰ ਛੱਡ ਕੇ ਮੇਰਾ ਰੈਵਨਿਊ ਐਕਸਪੈਂਸ ਹੈ, ਦੱਸੋ। ਇਹਦਾ ਆਂਸਰ ਆਏਗਾ ਬੀ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਰੈਵਨਿਊ ਐਕਸਪੈਂਸ ਹੈ। ਠੀਕ ਹੈ ਫਰੈਂਡਸ, ਪੁੱਟਿੰਗ ਐਨ ਐਸਟ ਇਨ ਅ ਵਰਕਿੰਗ ਕੰਡੀਸ਼ਨ। ਅਗਲਾ ਕੁਐਸਚਨ ਹੈ ਬੈਨੀਫਿਟਸ ਆਫ ਦੀ ਪ੍ਰੀਪੇਇੰਗ BRS ਇੰਕਲੂਡਸ। BRS ਪ੍ਰੀਪੇਅਰ ਕਰਨ ਦੇ ਬੈਨੀਫਿਟਸ ਕੀ ਹੈ ਦੱਸੋ ਮੈਨੂੰ। ਇੱਕ ਤਾਂ ਇਹ ਐਰਰ ਕੱਢ ਦਿੰਦਾ ਹੈ। ਠੀਕ ਹੈ, ਜਿਹੜੇ ਕਮਿਟਡ ਹੁੰਦੇ ਆ ਕਿਸ ਵਿੱਚ ਕੈਸ਼ ਬੁੱਕ ਅਤੇ ਬੈਂਕ ਪਾਸਬੁੱਕ ਵਿੱਚ ਕੋਈ ਵੀ ਐਰਰ ਜੋ ਕੈਸ਼ ਬੁੱਕ 'ਚ ਮੈਂ ਐਂਟਰੀ ਪਾਈ ਹੈ ਮਗਰ ਪਾਸਬੁੱਕ 'ਚ ਉਹ ਐਂਟਰੀ ਹਲੇ ਨਹੀਂ ਪਈ ਤਾਂ ਮੈਨੂੰ ਆਪਣੀ ਐਂਟਰੀ ਕੱਟਣੀ ਪੈਣੀ ਹੈ ਕੋਈ। ਠੀਕ ਹੈ ਨਾ, ਕੋਈ ਵੀ ਐਗਜ਼ਾਮਪਲ ਹੋ ਸਕਦੀ ਹੈ, ਜਿਵੇਂ ਕੋਈ ਚੈੱਕ ਹੈ ਉਰੋਂ ਤਾਂ ਮੈਨੇ ਚੈੱਕ ਪੇਡ ਕੀਤਾ ਮੈਨੇ ਤਾਂ ਉਰੋਂ ਤਾਂ ਮੈਂ ਮਾਈਨਸ ਕਰਤਾ ਮਗਰ ਉੱਥੇ ਮੇਰਾ ਹਲੇ ਮਾਈਨਸ ਨਹੀਂ ਹੋਇਆ ਤਾਂ ਉਹਦੇ ਮੈਨੂੰ ਦੁਬਾਰਾ ਐਂਟਰੀ ਪਲੱਸ ਕਰਨੀ ਪੈਣੀ ਹੈ, ਯਾਨੀ ਉਹੀ ਅਮਾਊਂਟ ਮੈਨੂੰ ਦੁਬਾਰਾ ਪਲੱਸ ਕਰਨੀ ਪੈਣੀ ਹੈ ਤਾਂ ਕਿ ਮੇਰਾ ਬੈਲੈਂਸ ਮਿਲ ਜਾਏ ਕਿਹਦੇ ਨਾਲ, ਬੈਂਕ ਪਾਸਬੁੱਕ ਨਾਲ। ਠੀਕ ਹੈ ਫਰੈਂਡਸ, ਤਾਂ ਉਰੇ ਮੈਂ ਕੀ ਕਹਾਂਗਾ, ਇਟ ਬ੍ਰਿੰਗਸ ਆਊਟ ਦਾ ਐਰਰਸ ਕਮਿਟਡ ਇਨ ਪ੍ਰੀਪੇਸ਼ਨ ਆਫ ਕੈਸ਼ ਬੁੱਕ ਐਂਡ ਬੈਂਕ ਪਾਸਬੁੱਕ। ਤਾਂ ਹਾਈਲਾਈਟਸ ਅੰਡਰ ਡਿਲੇ ਇਨ ਕਲੀਅਰੈਂਸ ਆਫ ਚੈੱਕਸ ਡਿਪੋਜ਼ਿਟ ਬਟ ਨੋਟ ਕ੍ਰੈਡਿਟਡ। ਠੀਕ ਹੈ, ਇੱਕ ਤਾਂ ਪਤਾ ਲੱਗ ਜਾਂਦਾ ਕਿ ਕਿਹੜੇ ਚੈੱਕਸ ਮੇਰੇ ਕਲੀਅਰ ਨਹੀਂ ਹੋਏ, ਠੀਕ ਹੈ, ਕ੍ਰੈਡਿਟ ਨਹੀਂ ਹੋਏ। ਤਾਂ ਹੈਲਪ ਦੇ ਨੋ ਦੇ ਐਕਚੁਅਲ ਬੈਂਕ ਬੈਲੈਂਸ, ਮੈਨੂੰ ਆਪਣਾ ਐਕਚੁਅਲ ਬੈਂਕ ਬੈਲੈਂਸ ਵੀ ਪਤਾ ਲੱਗ ਜਾਂਦਾ। ਤਾਂ ਕੀ ਹੋਏਗਾ ਆਪਸ਼ਨ ਡੀ ਆਪਸ਼ਨ ਹੋਏਗਾ। ਠੀਕ ਹੈ ਫਰੈਂਡਸ, ਤਿੰਨੋਂ ਹੀ ਠੀਕ ਹੈ। ਠੀਕ ਹੈ, ਐਰਰਸ ਵੀ ਪਤਾ ਲੱਗ ਜਾਂਦੇ ਆ ਅਤੇ ਮੈਨੂੰ ਆਪਣੇ ਚੈੱਕਸ ਵੀ ਪਤਾ ਲੱਗ ਜਾਂਦੇ ਜਿਹੜੇ ਕਲੀਅਰ ਨਹੀਂ ਹੋਏ ਅਤੇ ਮੈਨੂੰ ਐਕਚੁਅਲ ਬੈਲੈਂਸ ਵੀ ਪਤਾ ਲੱਗ ਜਾਂਦਾ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਕੋਜ਼ ਆਫ ਡਿਫਰੈਂਸ ਇਨ ਅ ਬੈਲੈਂਸ ਐਜ਼ ਪਰ ਕੈਸ਼ ਬੁੱਕ ਐਂਡ ਬੈਲੈਂਸ ਐਜ਼ ਪਰ ਪਾਸਬੁੱਕ। ਇਹਨਾਂ 'ਚੋਂ ਕਿਹੜੇ ਐਰਰਸ ਹੈ ਮਤਲਬ ਕਿ ਕਾਰਨ ਨਹੀਂ ਬਣਦਾ ਜਿਹਦੇ ਨਾਲ ਮੇਰਾ ਡਿਫਰੈਂਸ ਆਉਂਦਾ ਕੈਸ਼ ਬੁੱਕ ਬੈਲੈਂਸ ਦਾ ਅਤੇ ਬੈਂਕ ਪਾਸਬੁੱਕ ਬੈਲੈਂਸ ਦਾ, ਦੋਨਾਂ ਦਾ ਸੇਮ ਨਾ ਆਉਣ ਦਾ ਜਿਹੜਾ ਕਾਰਨ ਆ ਉਹ ਇਹਨਾਂ ਵਿੱਚੋਂ ਨਹੀਂ ਹੈ। ਦੱਸੋ ਕਿਹੜਾ ਕਾਰਨ ਹੈ ਜੋ ਇਹਨਾਂ ਨੂੰ ਇਫੈਕਟ ਨਹੀਂ ਕਰਦਾ। ਐਰਰਸ ਇਨ ਕੈਸ਼ ਬੁੱਕ, ਐਰਰਸ ਇਨ ਪਾਸਬੁੱਕ, ਚੈੱਕ ਡਿਪੋਜ਼ਿਟ ਐਂਡ ਕਲੀਅਰਡ, ਚੈੱਕ ਇਸ਼ੂਡ ਬਟ ਨੋਟ ਪ੍ਰੈਜ਼ੈਂਟ ਫॉर ਪੇਮੈਂਟ। ਇਹਨਾਂ 'ਚੋਂ ਕਿਹੜੀ ਆਪਸ਼ਨ ਹੈ ਜੋ ਕਾਰਨ ਨਹੀਂ ਬਣਦੀ, ਜੋ ਇੱਕ ਡਿਫਰੈਂਸ ਆਉਂਦਾ ਮੇਰਾ ਕੈਸ਼ ਬੁੱਕ ਅਤੇ ਪਾਸਬੁੱਕ ਵਿੱਚ, ਦੱਸੋ ABCD। ਇਹਦਾ ਆਂਸਰ ਆਏਗਾ ਸੀ ਆਪਸ਼ਨ। ਜੇ ਚੈੱਕ ਡਿਪੋਜ਼ਿਟ ਹੋ ਗਿਆ ਅਤੇ ਕਲੀਅਰ ਹੋ ਗਿਆ ਤਾਂ ਇਸਦਾ ਕੋਈ ਇਫੈਕਟ ਨਹੀਂ ਪੈਣਾ ਮੇਰੇ, ਕੋਈ ਵੀ ਡਿਫਰੈਂਸ ਨਹੀਂ ਆਉਣਾ ਮੇਰਾ ਐਜ਼ ਪਰ ਕੈਸ਼ ਬੁੱਕ ਅਤੇ ਪਾਸਬੁੱਕ ਦੇ ਹਿਸਾਬ ਸਿਰ। ਠੀਕ ਹੈ ਨਾ, ਬਾਕੀਆਂ ਨਾਲ ਆ ਸਕਦਾ ਐਰਰ ਇਨ ਕੈਸ਼ ਬੁੱਕ, ਪਾਸਬੁੱਕ ਅਤੇ ਚੈੱਕ ਇਸ਼ੂਡ ਬਟ ਨੋਟ ਪ੍ਰੈਜ਼ੈਂਟਡ ਫॉर ਪੇਮੈਂਟ ਨਾਲ ਮੇਰਾ ਡਿਫਰੈਂਸ ਜ਼ਰੂਰ ਆ ਸਕਦਾ, ਪਰ ਜੇ ਚੈੱਕ ਡਿਪੋਜ਼ਿਟ ਹੋ ਗਿਆ ਅਤੇ ਕਲੀਅਰ ਹੋ ਗਿਆ ਤਾਂ ਕੋਈ ਡਿਫਰੈਂਸ ਨਹੀਂ ਆਊਗਾ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਵਿਦ ਰਿਸਪੈਕਟ ਟੂ ਪ੍ਰੋਵਾਈਡਿੰਗ ਦੀ ਡੈਪਰੀਸ਼ੀਏਸ਼ਨ ਅੰਡਰ ਡਿਮਿਨਿਸ਼ਿੰਗ ਬੈਲੈਂਸ ਮੈਥਡ। ਜੇ ਕੋਈ ਡਿਮਿਨਿਸ਼ਿੰਗ ਬੈਲੈਂਸ ਮੈਥਡ ਹੈ ਉਸ ਵਿੱਚ ਜਿਹੜੀ ਮੈਨੂੰ ਮੈਂ ਉਸਦਾ ਹਿਸਾਬ ਉਸ ਮੈਥਡ ਦੇ ਨਾਲ ਜਿਹੜੀ ਮੈਂ ਡੈਪਰੇਸ਼ਨ ਪ੍ਰੋਵਾਈਡ ਕਰ ਰਿਹਾ ਉਸ ਵਿੱਚ ਕਿਹੜਾ ਸਟੇਟਮੈਂਟ ਟਰੂ ਹੋਏਗਾ। ਦ ਅਮਾਊਂਟ ਆਫ ਡੈਪਰੇਸ਼ਨ ਕੀਪ ਇਨਕਰੀਜ਼ਿੰਗ ਐਵਰੀ ਈਅਰ ਵਾਈਲ ਦੀ ਰੇਟ ਆਫ ਡੈਪਰੇਸ਼ਨ ਕੀਪ ਡਿਕਰੀਜ਼ਿੰਗ। ਪਹਿਲਾ ਆਪਸ਼ਨ ਇਹ ਕਹਿ ਰਿਹਾ ਤਾਂ ਦੂਜਾ ਕਹਿ ਰਿਹਾ ਅਮਾਊਂਟ ਆਫ ਡੈਪਰੇਸ਼ਨ ਐਂਡ ਦੀ ਰੇਟ ਆਫ ਡੈਪਰੇਸ਼ਨ ਡਿਕਰੀਜ਼ ਐਵਰੀ ਈਅਰ। ਅਮਾਊਂਟ ਆਫ ਡੈਪਰੀਸ਼ੀਏਸ਼ਨ ਡਿਕਰੀਜ਼ਿਜ਼ ਵਾਈਲ ਦਾ ਰੇਟ ਆਫ ਡੈਪਰੇਸ਼ਨ ਰਿਮੇਨਸ ਦੀ ਸੇਮ। ਅਮਾਊਂਟ ਆਫ ਡੈਪਰੇਸ਼ਨ ਐਂਡ ਰੇਟ ਆਫ ਡੈਪਰੇਸ਼ਨ ਇੰਕਰੀਜ਼ਿੰਗ ਐਵਰੀ ਈਅਰ। ਦੱਸੋ ਕਿਹੜਾ ਆਪਸ਼ਨ ਹੋਏਗਾ ਜਿਹੜਾ ਠੀਕ ਹੋਏਗਾ, ਜਿਹੜਾ ਕਿਸ ਨਾਲ ਰਿਲੇਟ ਕਰੇਗਾ, ਡਿਮਿਨਿਸ਼ਿੰਗ ਬੈਲੈਂਸ ਮੈਥਡ ਨਾਲ। ਦੱਸੋ, ਤੁਹਾਨੂੰ ਪਤਾ ਨਾ ਡਿਮਿਨਿਸ਼ਿੰਗ ਬੈਲੈਂਸ ਮੈਥਡ ਕਿਹਨੂੰ ਕਹਿੰਦੇ ਨੇ। ਇਹ ਆਏਗਾ ਆਨਸਰ, ਦੱਸੋ। ਇਹ ਆਏਗਾ ਬੀ ਆਪਸ਼ਨ। ਠੀਕ ਹੈ ਨਾ, ਅਮਾਊਂਟ ਆਫ ਡੈਪਰੇਸ਼ਨ ਐਂਡ ਦੀ ਰੇਟ ਆਫ ਡੈਪਰੇਸ਼ਨ ਡਿਕਰੀਜ਼ ਕਰਦਾ ਰਹਿੰਦਾ। ਠੀਕ ਹੈ, ਠੀਕ ਹੈ ਨਾ, ਤੁਹਾਨੂੰ ਪਤਾ ਨਾ ਡਿਮਿਨਿਸ਼ਿੰਗ ਬੈਲੈਂਸ ਮੈਥਡ ਹਰੇਕ ਸਾਲ ਉਹਦੀ ਜਿਹੜਾ ਰੇਟ ਉਹ ਵੀ ਕੱਟ ਜਾਏਗਾ ਅਤੇ ਠੀਕ ਹੈ, ਰੇਟ ਵੀ ਕੱਟੇਗਾ ਅਤੇ ਬੈਲੈਂਸ ਵੀ ਕੱਟ ਜਾਏਗਾ। ਪਰਟੀਕੂਲਰ ਐਸਟ ਦਾ ਬੈਲੈਂਸ ਵੀ ਕੱਟੇਗਾ ਜਿਹਦੇ ਹਿਸਾਬ 'ਚ ਜਿਹੜਾ ਬੈਲੈਂਸ ਆਏਗਾ ਹਰੇਕ ਸਾਲ ਉਹਦੇ ਉੱਪਰ ਹੀ ਡੈਪਰੇਸ਼ਨ ਲੱਗੇਗੀ। ਇਸਦਾ ਮਤਲਬ ਪੈਨ ਨਾਲੋਂ ਤਾਂ ਘੱਟ ਹੀ ਲੱਗੇਗੀ। ਠੀਕ ਹੈ ਨਾ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਟਰੂ ਵਿਦ ਰਿਗਾਰਡ ਟੂ ਰਿਟਨ ਡਾਊਨ ਵੈਲਿਊ ਮੈਥਡ। ਰਿਟਨ ਡਾਊਨ ਵੈਲਿਊ ਮੈਥਡ ਮਤਲਬ ਡਿਮਿਨਿਸ਼ਿੰਗ ਬੈਲੈਂਸ ਮੈਥਡ, ਉਹੀ ਆ ਗਿਆ ਸੇਮ, ਬਸ ਨੇਮ ਚੇਂਜਡ ਹੈ। ਠੀਕ ਹੈ, ਤੁਸੀਂ ਕਨਫਿਊਜ਼ ਹੋ ਸਕਦੇ ਹੋ, ਰਿਟਨ ਡਾਊਨ ਵੈਲਿਊ ਮੈਥਡ ਅਤੇ ਡਿਮਿਨਿਸ਼ਿੰਗ ਮੈਥਡ ਇੱਕੋ ਹੀ ਹੈ। ਤੁਹਾਨੂੰ ਮੈਂ ਹਿੰਟ ਵੀ ਦੇ ਦਿੱਤਾ, ਹੁਣ ਮੈਨੂੰ ਆਪਸ਼ਨ ਦੇ ਰਿਹਾ, ਤੁਹਾਨੂੰ ਮੈਨੂੰ ਦਾ ਆਨਸਰ ਦਿਓ।
The rate at which the asset is written off reduce after the year after year. The amount of depreciation provided reduces from year to year. The rate of depreciation as well as amount of depreciation reduce a year after year. The value of asset get reduced zero over a period of time. ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ ਚੋਂ? ਦੱਸੋ ਇਹਨਾਂ ਚੋਂ ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਹੋਏਗਾ ਸੈਕੰਡ ਆਪਸ਼ਨ। ਠੀਕ ਹੈ, ਰਿਟਨ ਡਾਊਨ ਵੈਲਿਊ ਮੈਥਡ ਦੇ ਹਿਸਾਬ से ਜਿਹੜਾ ਡੈਪਰੇਸ਼ਨ ਮੈਂ ਪ੍ਰੋਵਾਈਡ ਕਰ ਰਿਹਾ ਉਹ ਰਿਡਿਊਸ ਹੁੰਦਾ ਜਾਏਗਾ ਈਅਰ ਟੂ ਈਅਰ। ਠੀਕ ਹੈ, ਜਿਹੜਾ ਉਹਦਾ ਬੈਲੈਂਸ ਆਈ ਜਾਏਗਾ ਉਸ ਹਿਸਾਬ ਸਿਰ ਉਹ ਰਿਡਿਊਸ ਹੁੰਦਾ ਜਾਏਗਾ। ਠੀਕ ਹੈ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਫੈਕਟਰਸ ਆਰ ਪ੍ਰਾਇਮਰੀ ਕੰਸੀਡਰ ਟੂ ਡਿਟਰਮਾਈਨ ਦੀ ਇਕਨੋਮਿਕ ਲਾਈਫ ਆਫ ਐਨ ਐਸਟ। ਕਿਹੜੇ ਆਪਣੇ ਆਪਸ਼ਨ ਮਤਲਬ ਕਿ ਕਿਹੜੇ ਫੈਕਟਰਸ ਹੈ ਜੋ ਡਿਟਰਮਾਈਨ ਕਰਦੇ ਨੇ ਇੱਕ ਇਕਨੋਮਿਕ ਲਾਈਫ ਆਫ ਦੀ ਐਸਟ, ਇੱਕ ਵੈਲਿਊ ਬਣਾਉਣ ਵਿੱਚ, ਮਤਲਬ ਇੱਕ ਉਹਦੀ ਜਿਹੜੀ ਲਾਈਫ ਹੈ ਪੂਰੇ ਐਸਟ ਦੀ, ਉਸ ਵਿੱਚ ਕਿਹੜੇ ਕਿਹੜੇ ਫੈਕਟਰਸ ਡਿਟਰਮਾਈਨ ਕਰਦੇ ਨੇ? ਕਿਹੜਾ ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ ਦੱਸੋ? ਦ ਪੈਸੇਜ ਆਫ ਟਾਈਮ, ਐਸਿਡ ਆਫ ਯੂਸੇਜ, ਆਬਸੀਲੈਂਸ। ਦੂਜਾ ਆਪਸ਼ਨ ਹੈ ਟੈਕਸ ਰੈਗੂਲੇਸ਼ਨਸ ਐਂਡ ਸੈਬੀ ਗਾਈਡਲਾਈਨਸ। ਥਰਡ ਹੈ ਟੈਕਸ ਰੈਗੂਲੇਸ਼ਨ ਐਂਡ ਐਸਿਡ ਯੂਸੇਜ। ਚੌਥਾ ਹੈਗਾ ਸੈਬੀ ਗਾਈਡਲਾਈਨਸ ਐਂਡ ਐਸਿਡ ਯੂਸੇਜ। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਹੋਏਗਾ ਜਿਹਦੇ ਨਾਲ ਮੈਂ ਇੱਕ ਅਨੁਮਾਨ ਲਗਾ ਸਕਦਾ ਹਾਂ ਕਿ ਜਿਹੜੇ ਇੱਕ ਐਸਿਡ ਦੀ ਇਕਨੋਮਿਕ ਜਿਹੜੀ ਲਾਈਫ ਹੈ ਉਹ ਹੌਲੀ 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 ਉਹ ਖਤਮ ਹੁੰਦੀ ਜਾਏਗੀ। ਮਤਲਬ ਕਹਿਣ ਦਾ ਭਾਵ ਤਾਂ ਇਹ ਹੈ ਨਾ ਕਿ ਉਹਦੀ ਐਸਟ ਦੀ ਵੈਲਿਊ ਇੱਕ ਮਿਆਦ 'ਤੇ ਆ ਕੇ ਉਹ ਇਸਦੀ ਵੈਲਿਊ ਇੰਨੀ ਰਹਿ ਜਾਏਗੀ। ਉਹ ਕਿਹੜੇ ਕਿਹੜੇ ਫੈਕਟਰਸ ਹੋਣਗੇ? ਇਹਨਾਂ ਚਾਰਾਂ 'ਚ ਆਪਸ਼ਨ ਕਿਹੜਾ ਆਪਸ਼ਨ ਬਿਲਕੁਲ ਸਹੀ ਬੈਠੇਗਾ ਜਿਹਦੇ ਨਾਲ ਉਹਦੀ ਮੈਨੂੰ ਇੱਕ ਪਰਟੀਕੂਲਰ ਐਸਟ ਦੀ ਇਕਨੋਮਿਕ ਲਾਈਫ ਪਤਾ ਲੱਗ ਸਕਦੀ ਹੈ? ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਇਹ 'ਚੋਂ 5 ਸੈਕਿੰਡ ਤੁਹਾਡੇ ਕੋਲ। ਇਹ ਆਏਗਾ ਇਹ ਆਪਸ਼ਨ। ਪੈਸੇਜ ਆਫ ਟਾਈਮ ਹੋ ਸਕਦਾ ਹੈ, ਐਸਿਡ ਆਫ ਯੂਸੇਜ ਹੋ ਸਕਦਾ ਹੈ, ਅਤੇ ਆਬਸੀਲੈਂਸ ਹੋ ਸਕਦਾ। ਆਬਸੀਲੈਂਸ ਮਤਲਬ ਟੈਕਨੋਲੋਜੀ। ਠੀਕ ਹੈ ਫਰੈਂਡਸ, ਇਹ ਆਪਸ਼ਨ। In which of the following methods the cost of asset is spread over in equal proportion during the useful economic life? ਮਤਲਬ ਕਿ ਜਿਹੜੀ ਮੈਂ ਐਸਾ ਮੈਥਡ ਦੱਸੋ ਇਸ 'ਚੋਂ ਕਿਹੜਾ ਮੈਥਡ ਹੋਏਗਾ ਜਿਸ ਵਿੱਚ ਜਿਹੜੀ ਮੈਂ ਕੋਸਟ ਆਫ ਐਸਟ ਆ ਉਹ ਹਮੇਸ਼ਾ ਸਪਰੈਡ ਓਵਰ ਦਾ ਇਕੁਅਲ ਪ੍ਰਪੋਰਸ਼ਨ ਡਿਊਰਿੰਗ ਦਾ ਇਕਨੋਮਿਕ ਲਾਈਫ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਸਟ੍ਰੇਟ ਲਾਈਨ ਮੈਥਡ, ਰਿਟਨ ਡਾਊਨ ਵੈਲਿਊ ਮੈਥਡ, ਯੂਨਿਟ ਆਫ ਪ੍ਰੋਡਕਸ਼ਨ ਮੈਥਡ, ਸਮ ਆਫ ਦੀ ਈਅਰਸ ਡਿਜਿਟ ਮੈਥਡ। ਇਹ 'ਚੋਂ ਕਿਹੜਾ ਆਪਸ਼ਨ ਹੋਏਗਾ ਜਿਸ ਨਾਲ ਮੈਨੂੰ ਜਿਹੜੀ ਉਹਦੀ ਕੋਸਟ ਆਫ ਐਸਟ ਹੈ ਜਿਹੜੀ ਹੈ ਉਹ ਇਕੁਅਲ ਹੈ, ਮਤਲਬ ਇਕੁਅਲ ਪ੍ਰਪੋਰਸ਼ਨ ਵਿੱਚ ਹੀ ਲੱਗ ਰਹੀ ਹੈ ਉਹਦੀ ਇਕਨੋਮਿਕ ਲਾਈਫ ਵਿੱਚ? ਦੱਸੋ ਇਹ ਹੋਏਗਾ ਸਟੇਟ ਲਾਈਨ ਮੈਥਡ। ਸਟੇਟ ਲਾਈਨ ਮੈਥਡ ਤੁਹਾਨੂੰ ਪਤਾ ਹੈ ਕਿ ਜਿਹੜੀ ਉਹਦੀ ਡੈਪਰੀਸ਼ਨ ਆ ਉਹ ਬਿਲਕੁਲ ਸੇਮ ਹੀ ਲੱਗ ਰਹੀ ਹੈ ਹਰੇਕ ਸਾਲ। ਠੀਕ ਹੈ, ਐਸਟ ਪਹਿਲੇ ਸਾਲ ਵੀ ਭਾਵੇਂ ਜਿੰਨਾ ਮਰਜ਼ੀ ਕਢਾਈ ਆ ਮੈਂ ਜੋ ਇੱਕ ਪਹਿਲੇ ਸਾਲ ਦੀ ਜਿਹੜੀ ਉਸਦੇ ਉੱਪਰ ਡੈਪਰੀਸ਼ਨ ਲੱਗੀ ਸੀ ਉਹੀ ਅੱਗੋਂ ਅੱਗੋਂ ਸੇਮ ਲੱਗੀ ਜਾਏਗੀ। ਠੀਕ ਹੈ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਕਸਟਰਨਲ ਕੋਜ਼ ਆਫ ਡੈਪਰੀਸ਼ਨ। ਕਿਹੜਾ ਇਹਨਾਂ 'ਚੋਂ ਐਕਸਟਰਨਲ ਕਾਰਨ ਹੈ, ਮਤਲਬ ਕਿ ਬਾਹਰਲਾ ਕਾਰਨ ਹੈ ਇੱਕ ਡੈਪਰੀਸ਼ਨ ਲਗਾਉਣ ਦਾ? ਦੱਸੋ ਰੂਟੀਨ ਰਿਪੇਅਰ ਐਂਡ ਮੇਨਟੇਨੈਂਸ, ਮਿਸਯੂਜ਼, ਆਬਸੀਲੈਂਸ, ਵੀਅਰ ਐਂਡ ਟੀਅਰ। ਕਿਹੜਾ ਐਸਾ ਕਾਰਨ ਹੈ ਜਿਹਦੇ ਨਾਲ ਮਤਲਬ ਇੱਕ ਬਾਹਰਲਾ ਕਾਰਨ ਹੈ, ਇੰਟਰਨਲ ਨਹੀਂ ਹੈ, ਐਕਸਟਰਨਲ ਕਾਰਨ ਹੈ ਡੈਪਰੇਸ਼ਨ ਲਗਾਉਣ ਦਾ? ਦੱਸੋ ਇਹਦਾ ਆਪਸ਼ਨ ਆਏਗਾ ਆਬਸੀਲੈਂਸ। ਠੀਕ ਹੈ ਫਰੈਂਡਸ, ਇਹਦਾ ਕਿਹੜਾ ਆਪਸ਼ਨ ਆਏਗਾ? ਆਬਸੀਲੈਂਸ ਮਤਲਬ ਟੈਕਨੋਲੋਜੀ। ਅਗਲਾ ਕੁਐਸਚਨ ਹੈ ਦ ਐਂਟਰੀ ਫॉर ਕ੍ਰੀਏਟਿੰਗ ਦਾ ਪ੍ਰੋਵੀਜ਼ਨਸ ਫॉर ਬੈਡ ਡੈਟਸ। ਜਿਹੜੀ ਮੈਂ ਐਂਟਰੀ ਕ੍ਰੀਏਟ ਕਰਦਾ ਪ੍ਰੋਵੀਜ਼ਨ ਫॉर ਬੈਡ ਡੈਟਸ ਦੀ ਉਹ ਮੈਂ ਕਿਸ ਤਰ੍ਹਾਂ ਕ੍ਰੀਏਟ ਕਰਦਾ? ਦੱਸੋ ਮੈਨੂੰ। ਡੈਬਿਟ ਦੀ ਪ੍ਰੋਵੀਜ਼ਨ ਅਕਾਊਂਟ ਕਰਦਾ ਅਤੇ ਕ੍ਰੈਡਿਟ ਡੈਟਰਸ ਅਕਾਊਂਟ ਕਰਦਾ, ਜਾਂ ਡੈਬਿਟ ਡੈਟਰਸ ਅਕਾਊਂਟ ਕਰਦਾ ਕ੍ਰੈਡਿਟ ਪ੍ਰੋਵੀਜ਼ਨ ਫॉर ਬੈਡ ਡੈਟਸ ਕਰਦਾ, ਜਾਂ ਡੈਬਿਟ ਪ੍ਰੋਵੀਜ਼ਨ ਅਕਾਊਂਟ ਕਰਦਾ ਅਤੇ ਕ੍ਰੈਡਿਟਿੰਗ ਪੀ&ਐਲ ਅਕਾਊਂਟ ਕਰਦਾ, ਜਾਂ ਡੈਬਟਿੰਗ ਪੀ&ਐਲ ਅਕਾਊਂਟ ਕਰਦਾ ਅਤੇ ਕ੍ਰੈਡਿਟਿੰਗ ਪ੍ਰੋਵੀਜ਼ਨ ਫॉर ਬੈਡ ਡੈਟਸ ਕਰਦਾ। ਇਹ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹ 'ਚੋਂ ਕਿਹੜੀ ਐਂਟਰੀ ਐਗਜ਼ੈਕਟ ਬੈਠੇਗੀ ਜਦੋਂ ਮੈਂ ਕ੍ਰੀਏਟ ਕਰ ਰਿਹਾ ਪ੍ਰੋਵੀਜ਼ਨ ਫॉर ਬੈਡ ਡੈਟਸ ਦੇ? ਬੈਡ ਡੈਟਸ ਕੀ ਹੁੰਦੇ ਆ? ਜਿਨ੍ਹਾਂ ਤੋਂ ਮੈਂ ਪੈਸਾ ਲੈਣਾ ਉਹ ਮੇਰਾ ਪੈਸਾ ਨਹੀਂ ਆਏਗਾ, ਮੈਨੂੰ ਇੱਕ ਅੰਦਾਜ਼ਾ ਹੋ ਜਾਂਦਾ ਕਿ ਇਹਨਾਂ ਪਾਰਟੀਆਂ ਤੋਂ ਮੈਨੂੰ ਨਹੀਂ ਪੈਸਾ ਆਏਗਾ, ਉਸ ਦਿਨ ਮੈਂ ਪਹਿਲੀ ਐਡਵਾਂਸ ਇੱਕ ਕ੍ਰੀਏਟ ਕਰ ਲੈਣਾ ਬੈਲੈਂਸ। ਠੀਕ ਹੈ, ਮੈਂ ਐਕਚੁਅਲ 'ਚ ਪਹਿਲੀ ਇੱਕ ਬੈਲੈਂਸ ਕ੍ਰੀਏਟ ਕਰ ਲੈਣਾ ਤਾਂ ਕਿ ਮੈਨੂੰ ਅਨੁਮਾਨ ਲੱਗ ਜਾਂਦਾ ਹਾਂ ਭਈ ਜੇ ਇਹਨਾਂ ਦਾ ਨਹੀਂ ਆਇਆ ਤਾਂ ਮੈंने ਪਹਿਲੀ ਉਹਦਾ ਇੱਕ ਅਕਾਊਂਟ ਬਣਾ ਤਾ ਸੀ ਤਾਂ ਕਿ ਮੇਰਾ ਪ੍ਰੋਫਿਟ ਉਹਨਾਂ ਜ਼ਿਆਦਾ ਇਫੈਕਟ ਨਾ ਕਰੇ, ਮੇਰੇ ਅਕਾਊਂਟਸ ਨਾ ਜ਼ਿਆਦਾ ਹਿੱਲਣ। ਇਹਦਾ ਆਏਗਾ ਆਪਸ਼ਨ ਸੀ। ਠੀਕ ਹੈ, ਇਹ ਮੈਂ ਪੀ&ਐਲ ਅਕਾਊਂਟ 'ਚ ਦਿਖਾਉਣਾ। ਠੀਕ ਹੈ ਨਾ, ਡੈਬਿਟ ਆਲ ਐਕਸਪੈਂਸਿਸ ਟੂ ਦਾ ਪੀ&ਐਲ ਅਕਾਊਂਟ। ਪੀ&ਐਲ ਅਕਾਊਂਟ 'ਚ ਮੈਂ ਕਿਉਂ ਦਿਖਾ ਰਿਹਾ ਕਿਉਂਕਿ ਮੈਂ ਡੈਬਿਟ ਸਾਈਡ 'ਤੇ ਪਾਉਂ। ਡੈਬਿਟ ਸਾਰੇ ਕਿਹੜੇ ਪੈਂਦੇ ਆ? ਸਾਰੇ ਐਕਸਪੈਂਸਿਸ ਪੈਂਦੇ ਆ। ਕ੍ਰੈਡਿਟ ਸਾਈਡ ਸਾਰੀਆਂ ਇਨਕਮਸ ਪੈਂਦੀਆਂ। ਠੀਕ ਹੈ ਫਰੈਂਡਸ, ਤਾਂ ਉਰੇ ਕਿਹੜਾ ਆਪਸ਼ਨ ਲੱਗ ਜਾਏਗਾ? ਡੈਬਿਟ ਪ੍ਰੋਵੀਜ਼ਨ
फॉर बैड डेट्स अकाउंट क्रेडिटिंग PLN अकाउंट। अगला क्वेश्चन है वैन अ परसन परचेज ए गुड्स ऑन क्रेडिट ही बिकम्स अ डैश इन द बुक्स ऑफ द सैलर। सैलर के बिहाव जो परसन परचेज करता गुड्स उधार ते तो सैलर के अकाउंट चो की कहा जाता, दसो। सैलर माल बेच रहा है, जिन्हों ने माल बेचा है तो उसनों अपने अकाउंट्स में की दिखाएगा, वो अपने बुक्स में की दिखाएगा, वो डैटर दिखाएगा, क्रेडिटर दिखाएगा, डिफॉल्टर दिखाएगा, ऑफेंडर दिखाएगा। किहड़ा ऑप्शन ठीक होएगा इस चों? 5 सैकंड तुहाडे कोल। ਇਹਦਾ ऑप्शन होएगा, ਇਹਦਾ ऑप्शन होएगा डैटर। सैलर अपने अकाउंट्स में हमेशा उन्होंने डैटर दिखाएगा जिस तो उन्हें पैसे लेने हैं, क्योंकि उन्हें परचेस जो गुड्स किए हैं कस्टमर ने वो क्रेडिट से किए हैं। ठीक है फ्रेंड्स, तो ये ऑप्शन कोस्ट ऑफ गुड्स सोल्ड किनू एक्सक्लूड करता है, किसनों बाहर करता है, किहड़ी चीज़ ਨੂੰ फैक्टर्स ਨੂੰ बाहर कढ़ेगा वो? ओपनिंग स्टॉक, कैरेज इनवर्ड, वेजिस एंड सैलरी, पोस्ट एंड स्टैंप्स। किहड़ी चीज़ ਨੂੰ बाहर कढ़ेगा वो? ਤੁਹਾਨੂੰ पता ना कोस्ट ऑफ गुड्स सोल्ड किवें कढ़ी दा, तो उस किहड़ी चीज़ नहीं आएगी इन्हां चों? किहड़े ऑप्शन ऐसा जिहड़ा कोस्ट ऑफ गुड्स सोल्ड विच इनकलूड नहीं हुंदा, दसो। ਇਹਦਾ ऑप्शन की होएगा? ਇਹਦਾ ऑप्शन होएगा पोस्ट एंड स्टैंप्स। पोस्ट एंड स्टैंप्स कोस्ट ऑफ गुड्स सोल्ड च नहीं आंदा। कोस्ट ऑफ गुड्स सोल्ड की हुंदा? ओपनिंग प्लस परचेसिस प्लस डायरैक्ट एक्सपेंसिस विच आ जाएगा वेजिस, सैलरीस आ जाएंगियां वेजिस, तो माइनस की हो जाएगा क्लोजिंग स्टॉक, तो मेरा की आ जाएगा कोस्ट ऑफ गुड्स सोल्ड। ठीक है, अगला क्वेश्चन है इफ अ कंपनी हैज़ कॉन्टीजेंट लाइबिलिटीज़ दे अपीयर इन। जे कंपनी के कॉन्टीजेंट लाइबिलिटीज़ होणगियां जो कि उन्होंने पता है, मैंने पता नहीं अगे जाके किन्नी पे करनी है किन्नी नहीं पे करनी है, मैनू उसका बिल्कुल भी अंदाजा नहीं है, मगर पता नहीं है कि वो किस तरह की लाइबिलिटी है। 10,000 की लाइबिलिटी है, 10,000 पे करना या मैंने 9,000 पे करना या 8,000 पे करना, कुछ पता नहीं है। ठीक है, वो होएगी कॉन्टीजेंट लाइबिलिटी। और मैं कित्थे अपीयर करांगा? बैलेंस शीट च करांगा, डायरैक्टर्स रिपोर्ट्स च करांगा, नोट्स ऑन अकाउंट्स टू बैलेंस शीट करांगा या चेयरमैनस रिपोर्ट च करांगा? दसो मैं उन्होंने कित्थे रखांगा, मैं कित्थे रिकॉर्ड करांगा उन्होंने मैं? 5 सैकंड तुहाडे कोल। ਇਹਦਾ आंसर आएगा नोट्स ऑन अकाउंट्स टू बैलेंस शीट। नोट्स ऑन अकाउंट्स टू बैलेंस शीट ये जो बैलेंस शीट बनाने हैं उसके नोट्स विच आपां शो दसदे हैं कि इन्नी कॉन्टीजेंट लाइबिलिटी है। ठीक है, अगला क्वेश्चन है विच ऑफ द फॉलोइंग स्टेटमेंट्स इज ट्रू। इन्हां चों किहड़ी स्टेटमेंट ट्रू है? इन्वेंटरी वैल्यूएशन अफेक्ट्स ओनली द इनकम स्टेटमेंट, अंडरकास्टिंग और ओवरकास्टिंग ऑफ सब्सिडरी बुक इज एन एग्जाम्पल ऑफ एरर ऑफ कमीशन, कैपिटल एक्सपेंडिचर wrongly treated as a revenue is an example of error of commission, इन्वेंटरी शुड बी वैल्यूड एट लोअर ऑफ हिस्टोरिकल कॉस्ट एंड करंट रिप्लेसमेंट कॉस्ट। दसो इन्हां चार ऑप्शन चो किहड़ी स्टेटमेंट ट्रू लगती है तुहानूं, एंड करैक्ट लगती है कि हाँ एक स्टेटमेंट तो ठीक ही है? दसो मैनू। 5 सैकंड तुहाडे कोल। ਇਹਦਾ ऑप्शन की होएगा, दसो। ਇਹਦਾ होएगा बी, ਜਿਹੜੀ अंडरकास्ट है ਵੱਧ ਰਹੀ है कोई चीज़ या ओवरकास्ट है। ठीक है ना, वो किदा एग्जाम्पल है? एरर ऑफ कमीशन का। ठीक है, यानी कि मैंने कोई चीज़ एक्रूट नहीं पाई। ठीक है, ए आर एक्टिवेशन ऑफ एरर का क्वेश्चन है विच ऑफ द फॉलोइंग स्टेटमेंट इज नॉट करैक्ट। इन्हां चों किहड़ी स्टेटमेंट करैक्ट नहीं है? प्रोविजन फॉर बैड डेट्स अपीयर इन द लाइबिलिटी साइड ऑन द बैलेंस शीट, द प्रोविजन फॉर द बैड डेट्स ओड टू द प्रोपाइटर, the bad debts could be less than the provision for bad debts, bad debts could exceed the provision for bad debts। दसो इस किहड़ा ऑप्शन सही नहीं है? इस किहड़ा ऑप्शन होएगा? बी होएगा, प्रोविजन फॉर बैड डेट्स इज ओ टू प्रोपाइटर, ये सही नहीं है एंट्री। ठीक है फ्रेंड्स, अगला क्वेश्चन है द प्रॉपर्टी प्लांट इक्विपमेंट आर कन्वेंशनली प्रेजेंट इन द बैलेंस शीट। ਜਿਹੜੇ मैं प्रॉपर्टी प्लांट ਤੇ इक्विपमेंट है और ਜਿਹੜੀ कन्वेंशनली प्रेजेंट होंगी है किस मतलब किस कोस्ट ਤੇ ਹੁੰਦੀ है? ਇਹ ਪੁੱਛਿਆ ਉਹਨਾਂ ਨੇ। रिप्लेसमेंट कोस्ट माइनस एक्यूमुलेटिव डेप्रीशिएशन माइनस करके ਜਿਹੜੀ ਕੋਸਟ ਆਉਂਦੀ ਹੈ ਉਸਦੇ ਉੱਪਰ ਹੁੰਦੀ है। ठीक है, या हिस्टोरिकल कोस्ट माइनस सेलवेस वैल्यू ਨੂੰ ਕੱਢ ਕੇ ਜਿਹੜੀ ਕੋਸਟ ਆਉਂਦੀ ਹੈ ਉਸਦੇ ਉੱਪਰ ਇਹ ਸਾਰੀਆਂ प्रॉपर्टी प्लांट ਤੇ इक्विपमेंट को रखिया जांदियां रिकॉर्ड कीतियां जांदियां, ਜਾਂ हिस्टोरिकल कोस्ट माइनस डेप्रीशिएशन पोर्शन देयर ऑफ माइनस करके ਜਿਹੜੀ कोस्ट आती है, ਜਾਂ ओरिजिनल कोस्ट एडजस्टिड फॉर जनरल प्राइस लैवल चेंजिस ਉਹਦੀ कोस्ट आती है। ਕਿਹੜੀ कोस्ट मैं रखदा बैलेंस शीट ਵਿੱਚ ਜਿਹੜੀ कोई भी है, भावें प्रॉपर्टी उपर है, भावें प्लांट उपर है, भावें इक्विपमेंट उपर है? दसो किहड़ा ऑप्शन ठीक होएगा ना चो?
ये होएगा हिस्टोरिकल कॉस्ट माइनस डेप्रीशिएशन ऑफ द पोर्शन देयर ऑफ। ठीक है, मैं कोई भी हिस्टोरिकल कॉस्ट है उससे डेप्रीशिएशन माइनस करके ही उन मैं बैलेंस शीट दिखाऊंगा। ठीक है, अगला क्वेश्चन है डेप्रीशिएशन अपीयर इन द ट्रायल बैलेंस शुड बी। ਜਿਹੜਾ ਡੈਪਰੀਸ਼ੀਏਸ਼ਨ ਅਪੀਅਰ ਹੋ ਰਿਹਾ ਟ੍ਰਾਇਲ ਬੈਲੈਂਸ ਵਿੱਚ ਉਹ ਡੈਬਿਟ ਟੂ ਦਾ ਪੀਐਲ ਅਕਾਊਂਟ ਹੋਏਗਾ, ਸ਼ੋਨ ਐਜ਼ ਦਾ ਲਾਇਬਿਲਿਟੀ ਇਨ ਦਾ ਬੈਲੈਂਸ ਸ਼ੀਟ ਹੋਏਗਾ, ਰਿਡਿਊਸ ਫਰੋਮ ਦੀ ਰਿਲੇਟਡ ਐਸੈਟ ਇਨ ਦਾ ਬੈਲੈਂਸ ਸ਼ੀਟ ਹੋਏਗਾ, ਜਾਂ ਬੋਥ ਏ ਐਂਡ ਸੀ ਹੋਏਗਾ। ਜਿਹੜੀ ਡੈਪਰੀਸ਼ੀਏਸ਼ਨ ਅਪੀਅਰ ਹੋ ਰਹੀ ਟ੍ਰਾਇਲ ਬੈਲੈਂਸ ਉਹਦਾ ਅੱਗੋਂ ਕੀ ਇਫੈਕਟ ਕਰਾਂਗਾ ਮੈਂ ਉਹਨੂੰ, ਕੀ ਉੱਥੇ ਕਿੱਥੇ ਲੈ ਕੇ ਜਾਵਾਂਗਾ ਉਹਨੂੰ ਮੈਂ, ਜਿਹੜੀ ਟ੍ਰਾਇਲ ਬੈਲੈਂਸ ਦਾ ਜਿਹੜਾ ਬੈਲੈਂਸ ਦਿਖਾਈ ਦੇ ਰਿਹਾ ਡੈਬਿਟ ਬੈਲੈਂਸ ਦਿਖਾਈ ਦੇ ਰਿਹਾ ਉਹਨੂੰ ਮੈਂ ਕਿੱਥੇ ਲੈ ਕੇ ਜਾਵਾਂਗਾ, ਉਹ ਇਹ ਪੁੱਛ ਰਿਹਾ। ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਹੋਏਗਾ ਡੀ ਆਪਸ਼ਨ। ਠੀਕ ਹੈ, ਮੈਂ ਪੀਐਲ ਅਕਾਊਂਟ 'ਚ ਡੈਬਿਟ ਕਰਾਂਗਾ ਡੈਬਿਟ ਆਲ ਐਕਸਪੈਂਸਿਸ, ਪੀਐਲ ਅਕਾਊਂਟ ਵਿੱਚ ਡੈਬਿਟ ਸਾਈਡ 'ਤੇ ਪਾਵਾਂਗਾ ਡੈਪਰੀਸ਼ੀਏਸ਼ਨ। ਠੀਕ ਹੈ, ਅਤੇ ਜਿਹੜਾ ਪਰਟੀਕੂਲਰ ਐਸੈਟ ਹੈ ਬੈਲੈਂਸ ਸ਼ੀਟ ਵਿੱਚ ਇੱਕ ਐਸੈਟ ਹੈ ਕੋਈ ਮਸ਼ੀਨਰੀ ਵਾਲਾ, ਉਸ ਵਿੱਚੋਂ ਮੈਂ ਉਹਦੀ ਡੈਪਰੀਸ਼ੀਏਸ਼ਨ ਵੈਲਿਊ ਮਾਈਨਸ ਕਰਕੇ ਨਾ ਉਹ ਜਿਹੜੀ ਉਹਦੀ ਹਿਸਟੋਰੀਕਲ ਕੋਸਟ ਹੈ ਉਸ 'ਚੋਂ ਮੈਂ ਉਹਨੂੰ ਮਾਈਨਸ ਕਰਕੇ ਡੈਪਰੀਸ਼ੀਏਸ਼ਨ ਨੂੰ ਤਾਂ ਉਹਦੀ ਮੈਂ ਵੈਲਿਊ ਦਿਖਾਵਾਂਗਾ। ਠੀਕ ਹੈ, ਐਕਚੁਅਲ ਕੋਸਟ ਵੈਲਿਊ ਦਿਖਾਵਾਂਗਾ। ਠੀਕ ਹੈ, ਦੋ ਤਰ੍ਹਾਂ ਦਾ ਇਫੈਕਟ ਕਰਾਂਗਾ ਮੈਂ, ਇੱਕ ਡੈਬਿਟ ਸਾਈਡ 'ਤੇ ਪਾਵਾਂ ਪੀਐਲ ਅਕਾਊਂਟ 'ਤੇ, ਇੱਕ ਬੈਲੈਂਸ ਸ਼ੀਟ ਵਿੱਚ ਮੈਂ ਉਸਦੇ ਐਸੈਟ 'ਚੋਂ ਮਾਈਨਸ ਕਰ ਦਾਂਗਾ, ਰਿਡਿਊਸ ਫਰੋਮ ਦੀ ਰਿਲੇਟਡ ਐਸੈਟ ਇਨ ਦਾ ਬੈਲੈਂਸ ਸ਼ੀਟ। ਸੋ ਡੀ ਆਪਸ਼ਨ ਆ ਜਾਏਗਾ। ਅ ਕਲੱਬ ਪੇਡ ਸਬਸਕ੍ਰਿਪਸ਼ਨ ਫੀਸ ਆਫ 1400 ਆਊਟ ਆਫ ਵਿਚ 200 ਇਜ਼ ਪ੍ਰੀਪੇਡ। ਇਨ ਵਿੱਚ ਇਨ ਸੱਚ ਕੇਸ ਤਾਂ ਮੈਂ ਕੀ ਕਰਾਂਗਾ, ਇਹਦਾ ਕਿਵੇਂ ਇਫੈਕਟ ਦਿਖਾਵਾਂਗਾ? ਕੋਈ ਸਬਸਕ੍ਰਿਪਸ਼ਨ ਖਰਚਾ ਕਰ ਰਿਹਾ, ਕੋਈ ਸਬਸਕ੍ਰਿਪਸ਼ਨ ਫੀਸ ਦੇ ਰਿਹਾ ਕਿਸੇ ਕਲੱਬ ਦੀ 1400 ਰੁਪਏ ਬਣਦੀ ਸੀ, ਮੈਂ 200 ਮੈਂ ਐਡਵਾਂਸ ਦੇ ਤਾ। ਠੀਕ ਹੈ, ਤਾਂ ਦੱਸੋ ਮੈਂ ਉਹਦਾ ਕਿਵੇਂ ਇਫੈਕਟ ਦਿਖਾਵਾਂਗਾ? ਆਪਸ਼ਨ ਹੈਗਾ ਪੀਐਲ ਅਕਾਊਂਟ ਇਜ਼ ਡੈਬਿਟਡ ਵਿਦ 1400 ਕਰਾਂਗਾ, ਜਾਂ ਪੀਐਲ ਇਜ਼ ਡੈਬਿਟਡ ਵਿਦ 1200 ਕਰਾਂਗਾ, ਜਾਂ 200 ਇਜ਼ ਸ਼ੋਨ ਐਜ਼ ਦਾ ਕਰੰਟ ਐਸੈਟ ਕਰਾਂਗਾ। ਦੱਸੋ ਇਹ 'ਚੋਂ ਕਿਹੜਾ ਕਿਹੜਾ ਇਫੈਕਟ ਦਿਖਾਵਾਂਗਾ ਮੈਂ, ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ? 5 ਸੈਕਿੰਡ ਤੁਹਾਡੇ ਕੋਲ। ਇਹ ਹੋਏਗਾ ਡੀ ਆਪਸ਼ਨ। ਠੀਕ ਹੈ, ਪੀਐਲ ਅਕਾਊਂਟਸ ਵਿੱਚ ਮੈਂ 1200 ਰੁਪਏ ਡੈਬਿਟ ਕਿਉਂ ਕਰਾਂਗਾ? ਜਿਹੜਾ 200 ਰੁਪਏ ਮੈंने ਐਡਵਾਂਸ ਪੇ ਕਰਤਾ। ਠੀਕ ਹੈ, ਇਹ ਬਿਜ਼ਨਸ ਦੇ ਹਿਸਾਬ 'ਚ ਜਿਹੜਾ ਮੈਂ ਐਡਵਾਂਸ ਪੇ ਕਰਤਾ ਇੱਕ ਤਰ੍ਹਾਂ ਦਾ ਮੇਰਾ ਐਸੈਟ ਬਣ ਗਿਆ। ਠੀਕ ਹੈ, ਮੈਨੂੰ ਨਹੀਂ ਪਤਾ ਜਿਹੜਾ ਮੈਂ ਐਡਵਾਂਸ ਪੇ ਕਰਤਾ ਜਦੋਂ ਫੀਸ ਦੇਣ ਦਾ ਟਾਈਮ ਹੋਏਗਾ ਪਤਾ ਨਹੀਂ ਮੈਨੂੰ ਉਦੋਂ ਕੀ ਕੁਛ ਵੀ ਹੋ ਸਕਦਾ, ਕੋਈ ਵੀ ਕੰਡੀਸ਼ਨ ਵਾਪਰ ਸਕਦੀ ਹੈ ਕਿ ਮੈਨੂੰ 200 ਰੁਪਏ ਨਾ ਹੀ ਦੇਣਾ ਪਵੇ। ਠੀਕ ਹੈ ਨਾ, ਜੇ ਮੈਨੂੰ 200 ਰੁਪਏ ਨਾ ਦੇਣਾ ਪਵੇ ਤਾਂ ਇੱਕ ਤਰ੍ਹਾਂ ਦਾ ਮੇਰਾ ਐਸੈਟ ਹੋ ਗਿਆ, ਵਾਪਸ ਆ ਗਿਆ ਪੈਸਾ, ਮੇਰਾ ਹੀ ਪੈਸਾ ਹੋਇਆ ਉਹ। ਠੀਕ ਹੈ ਨਾ, ਉਹ ਖਰਚਾ ਨਾ ਹੋਇਆ, ਜਿਹੜਾ 200 ਐਡਵਾਂਸ ਚਲਾ ਗਿਆ ਉਹ ਇੱਕ ਤਰ੍ਹਾਂ ਦਾ ਮੇਰਾ ਐਸੈਟ ਬਣ ਗਿਆ। ਠੀਕ ਹੈ, ਤਾਂ ਉਹ ਕੀ ਹੋ ਜਾਏਗਾ 200 ਰੁਪਏ ਸ਼ੋਨ ਐਜ਼ ਅ ਕਰੰਟ ਐਸੈਟ, ਅਤੇ ਮੈਂ ਪੀਐਲ ਅਕਾਊਂਟ 'ਚ ਮੈਂ ਸਿਰਫ 200 ਮਾਈਨਸ ਕਰਕੇ 1400 ਚੋਂ 1200 ਦਾ ਖਰਚਾ ਦਿਖਾਵਾਂਗਾ। ਠੀਕ ਹੈ, ਤਾਂ ਅਗਲਾ ਕੁਐਸਚਨ ਹੈ ਬੈਡ ਡੈਟ ਰਿਕਵਰਡ ਇਜ਼ ਕ੍ਰੈਡਿਟ ਟੂ ਪੀਐਲ ਅਕਾਊਂਟ, ਡੈਬਿਟ ਟੂ ਪੀਐਲ ਅਕਾਊਂਟ, ਰਿਡਿਊਸ ਫਰੋਮ ਦੀ ਡੈਟਸ ਇਨ ਬੈਲੈਂਸ ਸ਼ੀਟ, ਐਡਿਡ ਟੂ ਦਾ ਡੈਟਸ ਇਨ ਬੈਲੈਂਸ ਸ਼ੀਟ। ਦੱਸੋ ਜੇ ਬੈਡ ਡੈਟ ਰਿਕਵਰਡ ਹੋਏ ਹਨ ਤਾਂ ਮੈਂ ਕੀ ਕਰਾਂਗਾ? ਮੈਂ ਕ੍ਰੈਡਿਟ ਕਰਾਂਗਾ ਪੀਐਲ ਅਕਾਊਂਟ ਵਿੱਚ, ਜਾਂ ਡੈਬਿਟ ਕਰਾਂਗਾ ਪੀਐਲ ਅਕਾਊਂਟ ਵਿੱਚ, ਜਾਂ ਰਿਡਿਊਸ ਕਰ ਦਾਂਗਾ ਫਰੋਮ ਦੀ ਡੈਟਸ ਇਨ ਦਾ ਬੈਲੈਂਸ ਸ਼ੀਟ, ਜਾਂ ਐਡਿਡ ਟੂ ਦਾ ਡੈਟਸ ਇਨ ਦਾ ਬੈਲੈਂਸ ਸ਼ੀਟ ਕਰਾਂਗਾ ਜੇ ਮੇਰੇ ਕੋਲ ਰਿਕਵਰਡ ਹੋ ਜਾਣ ਬੈਡ ਡੈਟ। ਦੱਸੋ ਮੈਨੂੰ, ਥੋੜ੍ਹਾ ਅਬਜ਼ਰਵ ਕਰੋ, ਆਸਾਨ ਹੀ ਹੈ। ਇਸਦਾ ਆਨਸਰ ਮੈਨੂੰ ਤੁਸੀਂ ਕਮੈਂਟ 'ਚ ਕਰਿਓ। ਠੀਕ ਹੈ, ਥੋੜ੍ਹਾ ਅਬਜ਼ਰਵ ਕਰਕੇ ਕਰੋਗੇ ਤਾਂ ਬਹੁਤ ਆਸਾਨ ਹੈ ਕੁਐਸਚਨ। ਠੀਕ ਹੈ ਫਰੈਂਡਸ, ਕਮੈਂਟ ਕਰਿਓ ਇਹਦਾ ਮੈਨੂੰ 26 ਦਾ ਕੁਐਸਚਨ ਮੈਨੂੰ ਕਮੈਂਟ ਕਰਿਓ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਐਂਟਰੀਜ਼ ਇਜ਼ ਕਰੈਕਟ ਇਨ ਰਿਸਪੈਕਟ ਆਫ ਰਿਜ਼ਰਵ ਫॉर ਡਿਸਕਾਊਂਟਸ ਔਨ ਅਕਾਊਂਟਸ ਪੇਬਲ। ਜਿਹੜੀਆਂ ਮੈਂ ਰਿਜ਼ਰਵ ਬਣਾ ਰਿਹਾ ਡਿਸਕਾਊਂਟਸ ਔਨ ਅਕਾਊਂਟਸ ਪੇਬਲ ਉੱਪਰ, ਜਿਹੜੇ ਮੈਂ ਰਿਜ਼ਰਵਸ ਬਣਾ ਰਿਹਾ, ਜਿਹੜੇ ਮੈਨੂੰ ਰਿਜ਼ਰਵ ਮਿਲ ਰਹੇ ਡਿਸਕਾਊਂਟਸ ਔਨ ਅਕਾਊਂਟ ਪੇਬਲ ਉੱਪਰ, ਤਾਂ ਉਹਦੇ ਵਿੱਚ ਮੈਂ ਕਿਹੜੀ ਐਂਟਰੀ ਨੂੰ ਮੈਂ ਪਾਵਾਂਗਾ? ਡੈਬਿਟ ਪੀਐਲ ਅਕਾਊਂਟ ਕ੍ਰੈਡਿਟ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਅਕਾਊਂਟ, ਜਾਂ ਡੈਬਿਟ ਅਕਾਊਂਟ ਪੇਬਲ ਅਕਾਊਂਟ ਕ੍ਰੈਡਿਟ ਪੀਐਲ ਅਕਾਊਂਟ, ਦਾ ਡੈਬਿਟ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਅਕਾਊਂਟ ਐਂਡ ਕ੍ਰੈਡਿਟ ਪੀਐਲ ਅਕਾਊਂਟ, ਜਾਂ ਡੈਬਿਟ ਦੀ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਐਂਡ ਕ੍ਰੈਡਿਟਿੰਗ ਅਕਾਊਂਟ ਪੇਬਲ ਅਕਾਊਂਟ। ਦੱਸੋ ਇਹ 'ਚੋਂ ਕਿਹੜੀ ਐਂਟਰੀ ਸਹੀ ਹੋਏਗੀ? ਮੈਂ ਕਿਸ ਬਿਹਾਵ 'ਤੇ ਬਣਾ ਰਿਹਾ ਕਿ ਜਿਹੜਾ ਮੈਂ ਰਿਜ਼ਰਵ ਕਰ ਰਿਹਾ ਟੂ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ। ਅਕਾਊਂਟ ਪੇਬਲ ਮਤਲਬ ਜੋ ਮੈਂ ਪੇ ਕਰ ਰਿਹਾ, ਅਕਾਊਂਟ ਪੇਬਲ ਕੀ ਹੋ ਗਿਆ? ਬਿੱਲ ਐਕਸਚੇਂਜ ਆ ਗਿਆ ਨਾ ਅਕਾਊਂਟਸ ਪੇਬਲ। ਜੋ ਵੀ ਮੈਂ ਕੁਝ ਪੇ ਕਰ ਰਿਹਾ ਉਹਦੇ ਉੱਪਰ ਜਿਹੜਾ ਡਿਸਕਾਊਂਟ ਮਿਲ ਰਿਹਾ ਮੈਨੂੰ, ਉਹਦੇ ਜਿਹੜੇ ਰਿਜ਼ਰਵਸ ਹੈ ਉਹਦੀ ਮੈਂ ਐਂਟਰੀ ਕਿਵੇਂ ਪਾਵਾਂਗਾ?
मतलब कि ਜਿਹੜੇ ਮੈਨੂੰ ਉਹਦੇ ਰਿਜ਼ਰਵਸ ਮਿਲੇ ਹੈ, ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਦੇ, ਉਸਦੀ ਐਂਟਰੀ ਪਰਟੀਕੂਲਰ ਹਿਸਾਬ ਸੇ ਕਿਵੇਂ ਪਏਗੀ। ਐਕਚੁਅਲੀ ਮੈਨੂੰ ਬੈਨੀਫਿਟ ਹੀ ਹੋ ਰਿਹਾ ਜਿਹੜਾ ਡਿਸਕਾਊਂਟ ਮਿਲ ਰਿਹਾ ਮੈਨੂੰ ਅਕਾਊਂਟ ਪੇਬਲ ਉੱਪਰ, ਤੇ ਜਿਹੜੀ ਉਹਦੀ ਜਿਹੜਾ ਉਹ ਪੈਸਾ ਰਿਜ਼ਰਵ 'ਚ ਹੈ ਉਹਦੀ ਐਂਟਰੀ ਕਿਵੇਂ ਪਏਗੀ, ਬਸ ਇਹ ਪੁੱਛ ਰਿਹਾ ਉਹ। ਦੱਸੋ, ਪੀ ਐਨ ਅਕਾਊਂਟ ਨੂੰ ਡੈਬਿਟ ਕਰਾਂਗਾ ਅਤੇ ਕ੍ਰੈਡਿਟ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਅਕਾਊਂਟ ਨੂੰ ਕਰਾਂਗਾ, ਜਾਂ ਡੈਬਿਟ ਅਕਾਊਂਟ ਪੇਬਲ ਕਰਾਂਗਾ, ਕ੍ਰੈਡਿਟ ਪੀ ਐਨ ਅਕਾਊਂਟ ਕਰਾਂਗਾ, ਜਾਂ ਡੈਬਿਟ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਅਕਾਊਂਟ ਕਰਾਂਗਾ, ਜਾਂ ਕ੍ਰੈਡਿਟ ਪੀ ਐਨ ਅਕਾਊਂਟ ਕਰਾਂਗਾ, ਜਾਂ ਡੈਬਿਟ ਰਿਜ਼ਰਵ ਫॉर ਡਿਸਕਾਊਂਟ ਔਨ ਅਕਾਊਂਟ ਪੇਬਲ ਅਕਾਊਂਟ ਕਰਾਂਗਾ, ਜਾਂ ਕ੍ਰੈਡਿਟ ਅਕਾਊਂਟ ਪੇਬਲ ਅਕਾਊਂਟ ਕਰਾਂਗਾ। ਜਿਹੜਾ ਮੈਂ ਇੱਕ ਰਿਜ਼ਰਵ ਬਣਾ ਰਿਹਾ ਨਾ, ਜਿਵੇਂ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਲਈ ਬਣਾਉਂਦੇ ਸੀ, ਉਹਦੇ ਮੈਂ ਅਕਾਊਂਟ ਪੇਬਲ ਦੇ ਡਿਸਕਾਊਂਟ ਉੱਪਰ ਜਿਹੜਾ ਰਿਜ਼ਰਵ ਬਣਿਆ, ਤਾਂ ਦੱਸੋ ਇਹ 'ਚ ਮੈਂ ਕੀ ਕਰਾਂਗਾ। ਥੋੜ੍ਹਾ ਅਬਜ਼ਰਵ ਕਰੋਗੇ, ਇਹ ਵੀ ਆਸਾਨ ਹੈ ਐਂਟਰੀ। ਇਹਦਾ ਵੀ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਕਰਿਓ, ਠੀਕ ਹੈ ਫਰੈਂਡਸ। 26 ਅਤੇ 27 ਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਕਰਿਓ, ਠੀਕ ਹੈ ਨਾ। ਥੋੜ੍ਹਾ ਅਬਜ਼ਰਵ ਕਰੋਗੇ ਤੁਹਾਨੂੰ ਆਏਗੀ ਐਂਟਰੀ। ਜੇ ਤੁਹਾਡੇ ਨੇ ਗਲਤੀ ਪਾ ਵੀ ਤਾਂ ਵੀ ਕੋਈ ਚੱਕਰ ਨਹੀਂ, ਠੀਕ ਹੈ ਨਾ। ਮੈਂ ਤੁਹਾਨੂੰ ਕਮੈਂਟ ਵਿੱਚ ਜ਼ਰੂਰ ਦੱਸਾਂਗਾ ਇਸਦੀ ਕੀ ਐਂਟਰੀ ਹੋਏਗੀ, ਬਟ ਪਹਿਲਾਂ ਤੁਸੀਂ ਇੱਕ ਵਾਰੀ ਕਮੈਂਟ ਕਰਿਓ ਕਿਉਂਕਿ ਤੁਹਾਡਾ ਵੀ ਪਾਰਟੀਸਪੇਸ਼ਨ ਜ਼ਰੂਰੀ ਹੈ, ਠੀਕ ਹੈ ਫਰੈਂਡਸ। ਟੈਸਟ ਤਾਂ ਮੈਂ ਲੈ ਰਿਹਾ, ਮਗਰ ਕਈ ਚੀਜ਼ਾਂ ਐਸੀਆਂ ਹੁੰਦੀਆਂ, ਜਿਵੇਂ ਸਪੋਜ਼ ਕਰੋ ਤੁਹਾਨੂੰ ਕੋਲ ਇਵੇਂ ਕੋਈ ਸਿਚੁਏਸ਼ਨ ਆ ਜਾਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਵਿੱਚ ਕੀ ਹੋਏਗਾ, ਠੀਕ ਹੈ ਫਰੈਂਡਸ। ग्रोस प्रॉफिट इज, अगला क्वेश्चन है, ग्रोस प्रॉफिट इज इक्वल टू सेल माइनस कॉस्ट ऑफ गुड्स सोल्ड, सेल माइनस क्लोजिंग स्टॉक प्लस परचेजेस, ओपनिंग स्टॉक प्लस परचेजेस माइनस क्लोजिंग स्टॉक, नन ऑफ द अबव। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ग्रोस प्रॉफिट ਕਿਹਨੂੰ ਕਹਾਇਆ ਜਾਏਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਸੇਲ ਮਾਈਨਸ ਕੋਸਟ ਆਫ ਗੁੱਡ ਸੋਲਡ। ਟ੍ਰੇਡਿੰਗ ਅਕਾਊਂਟ 'ਚ ਤੁਹਾਨੂੰ ਦੱਸਿਆ ਸੀ, ਟ੍ਰੇਡਿੰਗ ਅਕਾਊਂਟ 'ਚ ਨਿਕਲਦਾ ਗ੍ਰੋਸ ਪ੍ਰੋਫਿਟ, ਠੀਕ ਹੈ ਨਾ। ਤਾਂ ਉਹ ਸੇਲ ਵਿੱਚੋਂ ਮੈਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਦਾ ਤਾਂ ਮੇਰਾ ਗ੍ਰੋਸ ਪ੍ਰੋਫਿਟ ਨਿਕਲ ਆਉਂਦਾ, ਠੀਕ ਹੈ। ਦ ਪੀ ਐਨ ਅਕਾਊਂਟ ਸ਼ੋਜ਼ ਦੀ, ਪੀ ਐਨ ਅਕਾਊਂਟ ਕੀ ਸ਼ੋ ਕਰਦਾ ਹੈ? ਫਾਈਨੈਂਸ਼ੀਅਲ ਰਿਜ਼ਲਟ ਆਫ ਦੀ ਕੰਸਰਨ ਆਫ ਫॉर ਅ ਪੀਰੀਅਡ, ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਕੰਸਰਨ ਔਨ ਅ ਪਰਟੀਕੂਲਰ ਡੇਟ, ਫਾਈਨੈਂਸ਼ੀਅਲ ਰਿਜ਼ਲਟ ਆਫ ਦੀ ਕੰਸਰਨ ਔਨ ਅ ਪਰਟੀਕੂਲਰ ਡੇਟ, ਕੋਸਟ ਆਫ ਗੁੱਡ ਸੋਲਡ ਡਿਊਰਿੰਗ ਦ ਪੀਰੀਅਡ। ਦੱਸੋ ਪੀ ਐਨ ਅਕਾਊਂਟ ਮੈਨੂੰ ਕੀ ਸ਼ੋ ਕਰਦਾ, ਦੱਸੋ। ਇਹਦਾ ਆਨਸਰ ਆਏਗਾ, ਦੱਸੋ, ਫਾइनेंशियल रिजल्ट्स ऑफ द कंसर्न ऑन अ पर्टिकुलर डेट, ठीक है फ्रेंड्स। सी ऑप्शन आएगा। विच ऑफ द फॉलोइंग विल नॉट अपीयर इन द पी एन अकाउंट ऑफ द बिजनेस। ਕਿਹੜੀ ਚੀਜ਼ਾਂ ਮੇਰੀਆਂ ਪੀ ਐਨ ਅਕਾਊਂਟ 'ਚ ਨਹੀਂ ਆਉਂਦੀਆਂ? ਪੀ ਐਨ ਅਕਾਊਂਟ 'ਚ ਕੀ ਆਉਂਦਾ? ਇੰਡਾਇਰੈਕਟ ਐਕਸਪੈਂਸਿਸ ਅਤੇ ਇੰਡਾਇਰੈਕਟ ਇਨਕਮ। ਹੁਣ ਇਹਨਾਂ ਨੂੰ ਸੋਚ ਕੇ ਮੈਨੂੰ ਦੱਸੋ ਕਿ ਇਹਨਾਂ 'ਚ ਚਾਰਾਂ ਆਪਸ਼ਨਾਂ ਵਿੱਚੋਂ ਕਿਹੜੀ ਆਪਸ਼ਨ ਐਸੀ ਹੈ ਜੋ ਪੀ ਐਨ ਅਕਾਊਂਟ 'ਚ ਨਹੀਂ ਆਊਗੀ? ਡਰਾਇੰਗਸ, ਬੈਡ ਡੈਟਸ, ਅਕਰੂਡ ਐਕਸਪੈਂਸਿਸ, ਰਿਜ਼ਰਵ ਫॉर ਡਿਸਕਾਊਂਟ ਔਨ ਸੈਂਡਰੀ ਕ੍ਰੈਡੀਟਰਸ। ਦੱਸੋ ਕਿਹੜਾ ਆਪਸ਼ਨ ਹੈ ਇਹਨਾਂ 'ਚੋਂ? ਜੇ ਧਿਆਨ ਨਾਲ ਅਬਜ਼ਰਵ ਕਰੋ ਤੁਸੀਂ ਨਾਲ ਦੀ ਨਾਲ ਦੱਸ ਦਿਓਗੇ ਮੈਨੂੰ। ਇਹਦਾ ਕੀ ਆਏਗਾ ਆਪਸ਼ਨ? ਡਰਾਇੰਗਸ। ਡਰਾਇੰਗਸ ਕਿੱਥੇ ਆਉਂਦੀ ਹੈ? ਬੈਲੈਂਸ ਸ਼ੀਟ ਵਿੱਚ। ਦੱਸੋ ਬੈਲੈਂਸ ਸ਼ੀਟ 'ਚ ਕਿੱਥੇ ਆਉਂਦੀਆਂ ਨੇ? ਬੈਲੈਂਸ ਸ਼ੀਟ ਵਿੱਚ ਕੈਪੀਟਲ 'ਚੋਂ ਮਾਈਨਸ ਹੋ ਜਾਂਦੀਆਂ ਨੇ, ਠੀਕ ਹੈ, ਕੈਪੀਟਲ ਵਿੱਚੋਂ ਮਾਈਨਸ ਹੋ ਜਾਂਦੀ ਹੈ, ਠੀਕ ਹੈ। ਕਿਹੜਾ ਕੰਸੈਪਟ ਲੱਗ ਗਿਆ ਔਰ ਬਿਜ਼ਨਸ ਐਂਟੀਟੀ ਕੰਸੈਪਟ। अगला क्वेश्चन है, विच ऑफ द फॉलोइंग नोट अ फाइनेंशियल स्टेटमेंट। इन्होंने ਕਿਹੜਾ फाइनेंशियल स्टेटमेंट नहीं है? पी एन अकाउंट, बैलेंस शीट, फंड फ्लो, ट्रायल बैलेंस। फंड फ्लो स्टेटमेंट ਤੁਹਾਨੂੰ ਦੱਸਦਾ ਇਹ ਮੈਨੇਜਮੈਂਟ ਅਕਾਊਂਟਿੰਗ ਦਾ ਕੰਸੈਪਟ ਹੈ। ਜਿਹੜੀ ਮੈਂ ਬ੍ਰਾਂਚ ਕਰਾਈ ਸੀ ਨਾ ਤੁਹਾਨੂੰ, ਉਸ 'ਚ ਮੈਨੇਜਮੈਂਟ ਅਕਾਊਂਟਿੰਗ ਦਾ ਕੰਸੈਪਟ ਹੈ ਫੰਡ ਫਲੋ ਕੰਸੈਪਟ, ਠੀਕ ਹੈ ਫਰੈਂਡਸ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ 'ਚੋਂ ਕਿਹੜਾ ਆਪਸ਼ਨ ਹੋਏਗਾ? ਡੀ। ਟਰਾਇਲ ਬੈਲੈਂਸ ਆਪਾਂ ਕਾਹਦੇ ਲਈ ਬਣਾਉਂਦੇ ਹਾਂ? ਪੀ ਐਨ ਅਕਾਊਂਟ ਅਤੇ ਬੈਲੈਂਸ ਸ਼ੀਟ ਬਣਾਉਣ ਲਈ ਬਣਾਉਂਦੇ ਹਾਂ, ਠੀਕ ਹੈ। ਟਰਾਇਲ ਬੈਲੈਂਸ ਸਿਰਫ ਬੈਲੈਂਸਿਸ ਹੁੰਦੇ ਹੈ, ਸਿਰਫ ਇਕੱਲੀ ਸਟੇਟਮੈਂਟ ਹੁੰਦੀ ਹੈ, ਕੋਈ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਹੁੰਦੀ, ਠੀਕ ਹੈ। ਤਾਂ ਟਰਾਇਲ ਬੈਲੈਂਸ ਆ ਜਾਏਗਾ। ਇਫ ਅਨਐਕਸਪਾਇਰਡ ਇੰਸ਼ੋਰੈਂਸ ਅਪੀਅਰ ਇਨ ਦ ਟਰਾਇਲ ਬੈਲੈਂਸ ਇਟ ਸ਼ੁੱਡ ਬੀ। ਕੋਈ ਅਨਐਕਸਪਾਇਰਡ ਇੰਸ਼ੋਰੈਂਸ ਹੈ, ਕੋਈ ਮੈਂ ਇੰਸ਼ੋਰੈਂਸ ਬਿਜ਼ਨਸ ਹੈ, ਠੀਕ ਹੈ, ਅਨਐਕਸਪਾਇਰਡ ਹਾਲੇ ਐਕਸਪਾਇਰ ਨਹੀਂ ਹੋਇਆ, ਤਾਂ ਉਹ ਟਰਾਇਲ ਬੈਲੈਂਸ ਸ਼ੋਅ ਕਰ ਰਿਹਾ, ਉਹਨੂੰ ਮੈਂ ਕਿੱਥੇ ਸ਼ੋਅ ਕਰਾਂਗਾ ਦੱਸੋ? ਕ੍ਰੈਡਿਟ ਟੂ ਦ ਪੀ ਐਨ ਅਕਾਊਂਟ ਕਰਾਂਗਾ, ਡੈਬਿਟ ਟੂ ਦ ਪੀ ਐਨ ਅਕਾਊਂਟ ਕਰਾਂਗਾ, ਸ਼ੋਅ ਇਨ ਦ ਲਾਇਬਿਲਿਟੀ ਸਾਈਡ ਕਰਾਂਗਾ, ਸ਼ੋਅ ਇਨ ਦ ਐਸੈਟ ਸਾਈਡ ਕਰਾਂਗਾ। ਦੱਸੋ ਧਿਆਨ ਨਾਲ ਸੋਚਿਓ, ਫਿਰ ਇਹਦਾ ਮੈਨੂੰ ਆਨਸਰ ਦੱਸਿਓ ਕਿ ਐਸੈਟ ਸਾਈਡ ਆ ਸਕਦਾ ਹੈ, ਲਾਇਬਿਲਿਟੀ ਸਾਈਡ ਆ ਸਕਦਾ ਹੈ, ਡੈਬਿਟ ਪੀ ਐਨ ਅਕਾਊਂਟ ਆ ਸਕਦਾ ਹੈ, ਕ੍ਰੈਡਿਟ ਪੀ ਐਨ ਅਕਾਊਂਟ ਆ ਸਕਦਾ।
ਇਹਦਾ ਆਂਸਰ ਆਏਗਾ ਸ਼ੋਨ ਇਨ ਐਸਟ ਸਾਈਡਸ ਆਫ ਦੀ ਬੈਲੈਂਸ ਸ਼ੀਟ। ਠੀਕ ਹੈ, ਹਲੇ ਅਨਐਕਸਪਾਇਰਡ ਹੈ ਇੰਸ਼ੋਰੈਂਸ। ਇਹ ਬਿਜ਼ਨਸ ਦਾ ਇੱਕ ਤਰ੍ਹਾਂ ਦਾ ਐਸਟ ਹੈ। ਠੀਕ ਹੈ, ਮੈਂ ਕਿਸੇ ਚੀਜ਼ ਦਾ ਇੰਸ਼ੋਰੈਂਸ ਕੀਤਾ ਹੋਇਆ, ਇੱਕ ਤਰ੍ਹਾਂ ਦੀ ਵੈਲਿਊ ਹੈ ਮੇਰੀ। ਠੀਕ ਹੈ ਨਾ, ਕੁਛ ਵੀ ਲੋਸ ਵਿੱਚ ਮੇਰਾ ਫਾਇਰ ਬਾय ਜਾਂ ਕੁਛ ਵੀ ਕੋਈ ਡੈਮੇਜ ਹੋਏਗਾ ਜਿਹਦੀ ਮੈंने ਇੰਸ਼ੋਰੈਂਸ ਕੀਤੀ ਹੋਈ ਹੈ, ਉਹਦਾ ਮੈਨੂੰ ਉਹਦਾ ਰਿਕਵਰਿੰਗ ਮਿਲੇਗੀ। ਜਿਹਦੀ ਰਿਕਵਰਿੰਗ ਮਿਲੇਗੀ ਉਹ ਇੱਕ ਤਰ੍ਹਾਂ ਦਾ ਸੋਰਸ ਹੈ ਮੇਰੇ ਬਿਜ਼ਨਸ ਦਾ। ਉਹ ਹਮੇਸ਼ਾ ਮੈਨੂੰ ਗੇਨਿੰਗ ਕਰੇਗਾ ਜਾਂ ਮੇਰੀ ਇਨਕਮ ਜਨਰੇਟ ਕਰੇਗਾ ਇੱਕ ਤਰ੍ਹਾਂ ਨਾਲ। ਜਨਰੇਟ ਮਤਲਬ ਕਿ ਇਨਡਾਇਰੈਕਟਲੀ ਇਨਕਮ ਦੇਗਾ ਮੈਨੂੰ। ਤਾਂ ਉਹ ਕੀ ਹੋਏਗਾ, ਹਮੇਸ਼ਾ ਇੰਸ਼ੋਰੈਂਸ ਅਪੀਅਰ ਇਨ ਦਾ ਐਸਟ ਸਾਈਡ ਆਫ ਦੀ ਬੈਲੈਂਸ ਸ਼ੀਟ। ਵਿਚ ਆਫ ਦਾ ਫੋਲੋਇੰਗ ਆਰ ਇਜ਼ ਨੋਟ ਅ ਫਿਕਸਡ ਐਸਟ। ਇਹਨਾਂ 'ਚ ਕਿਹੜਾ ਐਸਟ ਫਿਕਸਡ ਐਸਟ ਨਹੀਂ ਹੈ? ਸਟੋਕ, ਵਾਹੀਕਲ, ਫਿਕਸਡ ਡਿਪੋਜ਼ਿਟ ਇਨ ਬੈਂਕ, ਬੋਥ A and C। ਕਿਹੜਾ ਫਿਕਸਡ ਐਸਟ ਨਹੀਂ ਹੈ? ਇਹਦਾ ਆਂਸਰ ਕੀ ਆ ਜਾਏਗਾ ਦੱਸੋ? ਡੀ ਆਪਸ਼ਨ ਆ ਜਾਏਗਾ। ਉਹ ਸਟੋਕ ਵੀ ਹੋ ਸਕਦਾ, ਫਿਕਸਡ ਡਿਪੋਜ਼ਿਟ ਵੀ 1 ਸਾਲ ਦੀ ਹੁੰਦਾ ਜ਼ਿਆਦਾਤਰ। ਬਾਅਦ 'ਚੋਂ ਸਾਡਾ ਮਰਜ਼ੀ ਕਰਦੀ ਹੈ ਕਿ ਆਪਾਂ 2 ਜਾਂ 3 ਸਾਲ ਲਈ ਕਰਾ ਰਹੇ। ਜ਼ਿਆਦਾਤਰ ਵੈਸੇ FD ਸਾਡੀ 1 ਸਾਲ ਦੀ ਹੁੰਦੀ ਹੈ, ਉਹਨੂੰ ਉਸ ਤੋਂ ਬਾਅਦ ਆਪਾਂ ਰੀਨਿਊ ਕਰਦੇ ਹਾਂ। ਠੀਕ ਹੈ ਨਾ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਆਰ ਫੋਲਸ। ਇਹ 'ਚੋਂ ਕਿਹੜੀ ਸਟੇਟਮੈਂਟ ਫੋਲਸ ਹੈ? ਬੈਲੈਂਸ ਸ਼ੀਟ ਡਿਸਕਲੋਜ਼ਿੰਗ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਬਿਜ਼ਨਸ। ਅ ਪਰਸਨ ਹੂ ਓਜ਼ ਦੀ ਬਿਜ਼ਨਸ ਇਜ਼ ਕਾਲਡ ਅ ਡੈਟਰ। decrease in the value of the asset could decrease in the value of the liability. Assets are to be shown in the balance sheet as realizable value। ਦੱਸੋ ਇਹ 'ਚੋਂ ਕਿਹੜੀ ਸਟੇਟਮੈਂਟ ਰੋਂਗ ਹੈ? ਪੰਜ ਸੈਕਿੰਡ ਤੁਹਾਡੇ ਕੋਲ। ਇਹਦਾ ਆਂਸਰ ਆਏਗਾ ਡੀ। ਰਿਲਾਈਜ਼ੇਬਲ ਵੈਲਿਊ ਨਹੀਂ ਹੁੰਦੀ, ਐਕਚੁਅਲ ਵੈਲਿਊ ਹੁੰਦੀ ਹੈ। ਹਿਸਟੋਰੀਕਲ ਵੈਲਿਊ ਵਿੱਚੋਂ ਡੈਪਰੇਸ਼ਨ ਮਾਈਨਸ ਕਰਕੇ ਜਿਹੜੀ ਵੈਲਿਊ ਆਉਂਦੀ ਹੈ ਐਕਚੁਅਲ, ਉਹੀ ਵੈਲਿਊ ਆਪਾਂ ਰਿਕਾਰਡ ਕਰਦੇ ਹਾਂ ਬੈਲੈਂਸ ਸ਼ੀਟ ਵਿੱਚ। ਠੀਕ ਹੈ, ਐਸਟ ਦੀਆਂ। ਅਗਲਾ ਕੁਐਸਚਨ ਹੈ ਦ ਬੈਲੈਂਸ ਸ਼ੀਟ ਗਿਵਸ ਇਨਫੋਰਮੇਸ਼ਨ ਰਿਗਾਰਡਿੰਗ ਦੀ। ਜਿਹੜੀ ਬੈਲੈਂਸ ਸ਼ੀਟ ਹੈ ਉਹ ਸਾਨੂੰ ਕੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ? ਰਿਜ਼ਲਟ ਆਫ ਦੀ ਆਪਰੇਸ਼ਨ ਫॉर द पर्टिकुलर ਪੀਰੀਅਡ, ਫਾਈਨੈਂਸ਼ੀਅਲ ਪੋਜੀਸ਼ਨ ਡਿਊਰਿੰਗ ਦ ਪਰਟੀਕੁਲਰ ਪੀਰੀਅਡ, ਪ੍ਰੋਫਿਟ ਅਰਨਿੰਗ ਕੈਪੈਸਿਟੀ ਆਫ ਦੀ ਪਰਟੀਕੁਲਰ ਪੀਰੀਅਡ, ਫਾਈਨੈਂਸ਼ੀਅਲ ਪੋਜੀਸ਼ਨ ਉਹ ਹੈਜ਼ ਔਨ ਪਰਟੀਕੁਲਰ ਡੇਟ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਆਂਸਰ ਆਏਗਾ ਡੀ। ਡੀ ਕਿਉਂ ਆਏਗਾ? ਕਿਉਂਕਿ ਪਰਟੀਕੂਲਰ ਡੇਟ ਆਪਾਂ 31/3 ਕੁਛ ਕੋਈ ਵੀ ਸਾਲ ਹੈ 2019, ਉਦੋਂ ਆਪਾਂ ਹੀ ਬਣਾਉਂਦੇ ਹਾਂ। ਉਦੋਂ ਆਪਾਂ ਉਸ ਡੇਟ ਨੂੰ ਆਪਾਂ ਦੱਸਦੇ ਹਾਂ ਕਿ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਤਾਂ ਪੂਰੇ ਸਾਲ ਦੀ ਹੈ। ਮੈਂ ਉਸ ਡੇਟ 'ਤੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ। ਠੀਕ ਹੈ ਨਾ, ਬੈਲੈਂਸ ਸ਼ੀਟ ਸਾਨੂੰ ਇਹ ਦੱਸਦਾ। ਠੀਕ ਹੈ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਅਕਾਊਂਟਸ ਅਪੀਅਰ ਇਨ ਦਾ ਬੈਲੈਂਸ ਸ਼ੀਟ ਆਫ ਦਾ ਬਿਜ਼ਨਸ। ਕਿਹੜੇ ਅਕਾਊਂਟਸ ਅਪੀਅਰ ਹੁੰਦੇ ਆ ਬੈਲੈਂਸ ਸ਼ੀਟ ਵਿੱਚ? ਸਟੋਕ ਐਟ ਦਾ ਐਂਡ ਆਫ ਦੀ ਈਅਰ, ਸਟੋਕ ਐਟ ਦਾ ਬਿਗਿਨਿੰਗ ਆਫ ਦੀ ਈਅਰ, ਡਰਾਇੰਗਸ, ਪ੍ਰੀਪੇਡ ਰੈਂਟ, ਇੰਟਰਸਟ ਰਿਸੀਵਡ ਬਟ ਨੋਟ ਯੈਟ ਅਰਨਡ। ਇਹ 'ਚੋਂ ਕਿਹੜੀ ਚੀਜ਼ਾਂ ਬੈਲੈਂਸ ਸ਼ੀਟ 'ਚ ਆਉਂਦੀਆਂ ਨੇ? ਦੱਸੋ। ਔਰ ਆਈ ਥਿੰਕ ਮੈਂ ਨਾ ਥੱਲੇ ਜਿਹੜੇ ਆਪਸ਼ਨਸ ਉਹ ਮੈਂ ਤੁਹਾਨੂੰ ਦੇ ਨਹੀਂ ਪਾਇਆ। ਮੈਂ ਤੁਸੀਂ ਮੈਨੂੰ ਇਹ ਵੀ ਦੱਸ ਦਿਓ ਕਿ ਇਸ 'ਚੋਂ ਕਿਹੜੀ ਚੀਜ਼ਾਂ ਨਹੀਂ ਆਉਣਗੀਆਂ, ਕਿਉਂਕਿ ਮੈਂ ਉਹਦੇ ਤੁਹਾਨੂੰ ਆਪਸ਼ਨ ਦਿੱਤੀਆਂ ਨਹੀਂ ਨਾ। ਆਪਸ਼ਨ ਦਿੱਤੀਆਂ ਨਹੀਂ ਤਾਂ ਇੱਕ ਨਾਲੋਂ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਮੇਰੀਆਂ ਬੈਲੈਂਸ ਸ਼ੀਟ 'ਚ ਆ ਰਹੀਆਂ ਨੇ। ਮੈਂ ਤੁਹਾਨੂੰ ਹਿੰਟ ਵੀ ਦੇ ਦਿੱਤਾ। ਤਾਂ ਤੁਸੀਂ ਉਰੇ ਸਿਰਫ ਮੈਨੂੰ ਇਹ ਦੱਸ ਦਿਓ ਕਿ ਕਿਹੜੀ ਚੀਜ਼ ਹੈ ਬੈਲੈਂਸ ਸ਼ੀਟ 'ਚ ਨਹੀਂ ਆਏਗੀ। ਤੁਸੀਂ ਮੈਨੂੰ ਉਲਟਾ ਦੱਸ ਦਿਓ ਬਸ ਕਿ ਬੈਲੈਂਸ ਸ਼ੀਟ 'ਚੋਂ ਕਿਹੜੀ ਚੀਜ਼ ਨਹੀਂ ਆਏਗੀ। ਦੱਸ ਦਿਓ ਮੈਨੂੰ, ਧਿਆਨ ਨਾਲ ਓਬਜ਼ਰਵ ਕਰੋ ਅਤੇ ਮੈਨੂੰ ਦੱਸ ਦਿਓ ਇਹ 'ਚ ਕਿਹੜੀ ਚੀਜ਼ ਹੋਏਗੀ ਜਿਹੜੀ ਬੈਲੈਂਸ ਸ਼ੀਟ ਵਿੱਚ ਨਹੀਂ ਆਊਗੀ। ਇਹ ਆਏਗਾ ਸਟੋਕ ਐਟ ਦੀ ਬਿਗਿਨਿੰਗ ਆਫ ਦੀ ਫਾਈਨੈਂਸ਼ੀਅਲ ਈਅਰ। ਓਪਨਿੰਗ ਸਟੋਕ ਕਦੀ ਵੀ ਕਿਸ 'ਚ ਨਹੀਂ ਆਉਂਦਾ, ਬੈਲੈਂਸ ਸ਼ੀਟ 'ਚ ਨਹੀਂ ਆਉਂਦਾ। ਓਪਨਿੰਗ ਸਟੋਕ ਕਿਸ 'ਚ ਆਉਂਦਾ? P&L ਅਕਾਊਂਟ ਦੇ ਟ੍ਰੇਡਿੰਗ ਅਕਾਊਂਟ 'ਚ ਆਉਂਦਾ। ਠੀਕ ਹੈ, ਤਾਂ ਕਲੋਜ਼ਿੰਗ ਜਿਹੜਾ ਸਟੋਕ ਐਟ ਦੀ ਐਂਡ ਆਫ ਦੀ ਫਾਈਨੈਂਸ਼ੀਅਲ ਈਅਰ ਕਲੋਜ਼ਿੰਗ ਸਟੋਕ ਹੈ, ਇਹ ਟ੍ਰੇਡਿੰਗ ਅਕਾਊਂਟ 'ਚ ਵੀ ਆਉਂਦਾ ਅਤੇ ਬੈਲੈਂਸ ਸ਼ੀਟ 'ਚ ਵੀ ਆਉਂਦਾ। ਠੀਕ ਹੈ, ਕਰੰਟ ਐਸਟ ਵਿੱਚ ਡਰਾਇੰਗਸ ਬੈਲੈਂਸ ਸ਼ੀਟ 'ਚ ਆਉਂਦੀਆਂ, ਕੈਪੀਟਲ 'ਚ ਮਾਈਨਸ ਹੋ ਜਾਂਦੀਆਂ। ਪ੍ਰੀਪੇਡ ਕਰੰਟ ਐਸਟ ਹੈ, ਇੰਟਰਸਟ ਰਿਸੀਵਡ ਬਟ ਨੋਟ ਯੈਟ ਅਰਨਡ, ਇਹ ਵੀ ਸਾਡੀ ਬੈਲੈਂਸ ਸ਼ੀਟ 'ਚ ਆਉਂਦੀਆਂ ਨੇ। ਕੰਪਿਊਟਰਸ ਟੇਕਨ ਔਨ ਹਾਇਰ ਬਾਏ ਦਾ ਬਿਜ਼ਨਸ। ਕੋਈ ਕੰਪਿਊਟਰਸ ਹੈ ਟੇਕਨ ਮਤਲਬ ਕਿ ਮੈਨੂੰ
ਉਹਨੂੰ ਰੈਂਟ ਤੇ ਲਿੱਤੇ ਆ, ਮਤਲਬ ਕਿ ਇੱਕ ਤਰ੍ਹਾਂ ਨਾਲ ਹਾਇਰ ਕੀਤਾ ਮੈਨੇ ਬਿਜ਼ਨਸ ਨੇ 12 ਮਹੀਨਿਆਂ ਲਈ, ਤਾਂ ਉਹ ਕੀ ਕਹਾਇਆ ਜਾਏਗਾ? ਉਹ ਕੰਪਿਊਟਰ ਕੀ ਹੋਣਗੇ ਸਾਡੇ ਬਿਜ਼ਨਸ ਲਈ? ਕਰੰਟ ਐਸੈਟ ਹੋਣਗੇ, ਇੰਟੈਂਜੀਬਲ ਐਸੈਟ ਹੋਣਗੇ, ਡੈਫਰਡ ਰੈਵਨਿਊ ਐਕਸਪੈਂਡੀਚਰ ਹੋਏਗਾ, ਨੋਟ ਐਨ ਐਸੈਟ ਹੋਏਗਾ। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਇਹ ਆਪਸ਼ਨ ਹੋਏਗਾ ਨੋਟ ਐਨ ਐਸੈਟ। ਜਿਹੜੇ ਮੈਂ ਕੰਪਿਊਟਰਸ ਹਾਇਰ ਤੇ ਖਰੀਦੇ ਨੇ ਉਹ ਮੇਰੇ ਬਿਜ਼ਨਸ ਹਿਸਾਬ ਸਿਰ ਕੋਈ ਐਸੈਟ ਨਹੀਂ ਬਣਦੇ। ਠੀਕ ਹੈ ਫਰੈਂਡਸ, ਕੋਈ ਐਸੈਟ ਨਹੀਂ ਬਣਦੇ। ਤਾਂ ਉਹ ਕੀ ਆਏਗਾ? ਨੋਟ ਐਨ ਐਸੈਟ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਕਰੰਟ ਲਾਇਬਿਲਿਟੀ? ਚੋਂ ਕਿਹੜੀਆਂ ਲਾਇਬਿਲਿਟੀ ਜਿਹੜੀਆਂ ਕਰੰਟ ਲਾਇਬਿਲਿਟੀ ਹੈ ਦੱਸੋ? ਪ੍ਰੀਪੇਡ ਐਕਸਪੈਂਸਿਸ, ਟ੍ਰੇਡਮਾਰਕ, ਡਿਸਕਾਊਂਟ ਔਨ ਇਸ਼ੂ ਆਫ ਸ਼ੇਅਰਸ, ਆਊਟਸਟੈਂਡਿੰਗ ਸੈਲਰੀ। ਇਹ ਆਏਗਾ ਆਊਟਸਟੈਂਡਿੰਗ ਸੈਲਰੀ। ਠੀਕ ਹੈ, ਜਿਹੜੀ ਆਊਟਸਟੈਂਡਿੰਗ ਸੈਲਰੀ ਹੈ ਇੱਕ ਤਰ੍ਹਾਂ ਦੀ ਮੇਰੀ ਕਰੰਟ ਲਾਇਬਿਲਿਟੀ ਹੈ। ਠੀਕ ਹੈ ਫਰੈਂਡਸ, ਬੇਸਡ ਔਨ ਵਿਚ ਆਫ ਦਾ ਫੋਲੋਇੰਗ ਕੰਸੈਪਟਸ ਇਜ਼ ਦ ਸ਼ੇਅਰ ਕੈਪੀਟਲ ਅਕਾਊਂਟ ਸ਼ੋਨ ਔਨ ਦਾ ਲਾਇਬਿਲਿਟੀ ਸਾਈਡ? ਜਿਹੜੀ ਮੈਂ ਕੈਪੀਟਲ ਅਕਾਊਂਟ ਦਿਖਾਣਾ, ਸ਼ੇਅਰ ਅਕਾਊਂਟ ਤੁਹਾਨੂੰ ਮੈਂ ਦੱਸ ਦਾਂਗਾ ਜਦੋਂ ਅੱਗੇ ਕੰਸੈਪਟ ਆਏਗਾ। ਫਿਲਹਾਲ ਤੁਸੀਂ ਇਹ ਵੀ ਸਮਝ ਲਓ ਕਿ ਇਹ ਕੈਪੀਟਲ ਅਕਾਊਂਟ ਦੀ ਗੱਲ ਕਰ ਰਿਹਾ। ਜੇ ਮੈਂ ਜਿੰਨਾ ਹੁਣ ਤੱਕ ਕਰਾਇਆ ਉਹਦੇ ਹਿਸਾਬ ਸੇ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਮੈਂ ਕੈਪੀਟਲ ਅਕਾਊਂਟ ਦੀ ਵੀ ਗੱਲ ਕਰ ਸਕਦਾ ਮੈਂ। ਤਾਂ ਮੈਂ ਲਾਇਬਿਲਿਟੀ ਸਾਈਡ ਕਿਉਂ ਸ਼ੋਅ ਕਰਦਾ ਉਸ ਨੂੰ? ਮੈਂ ਕਿਹੜਾ ਕੰਸੈਪਟ ਦੇ ਹਿਸਾਬ ਸਿਰ ਉਹ ਲਾਇਬਿਲਿਟੀ ਸਾਈਡ ਸ਼ੋਅ ਹੋ ਰਿਹਾ ਦੱਸੋ ਮੈਨੂੰ? ਬਿਜ਼ਨਸ ਐਂਟਰੀ ਕੰਸੈਪਟ ਦੇ ਹਿਸਾਬ ਸਿਰ, ਮਨੀ ਮਾਈਅਰ ਕੰਸੈਪਟ ਦੇ ਹਿਸਾਬ ਸਿਰ, ਗੋਇੰਗ ਕੰਸਰਨ ਕੰਸੈਪਟ ਦੇ ਹਿਸਾਬ ਸਿਰ, ਮੈਚਿੰਗ ਕੰਸੈਪਟ ਦੇ ਹਿਸਾਬ ਸਿਰ? ਕਿਹੜੇ ਕੰਸੈਪਟ ਦੇ ਹਿਸਾਬ ਸਿਰ ਉਹ ਲਾਇਬਿਲਿਟੀ ਸਾਈਡ ਸ਼ੋਅ ਹੋ ਰਿਹਾ? ਬੈਲੈਂਸ ਸ਼ੀਟ ਦੀ ਦੋ ਸਾਈਡ ਹੁੰਦੀ ਹੈ, ਲਾਇਬਿਲਿਟੀ ਸਾਈਡ, ਐਸੈਟ ਸਾਈਡ। ਠੀਕ ਹੈ, ਇਹ ਆਏਗਾ ਬਿਜ਼ਨਸ ਐਂਟੀਟੀ ਕੰਸੈਪਟ। ਬਿਜ਼ਨਸ ਐਂਟੀਟੀ ਕੰਸੈਪਟ ਕੀ ਕਹਿੰਦਾ ਕਿ ਬਿਜ਼ਨਸ ਅਲੱਗ ਹੈ ਅਤੇ ਉਹਦਾ ਓਨਰ ਅਲੱਗ ਹੈ। ਠੀਕ ਹੈ, ਤਾਂ ਕਰਕੇ ਉਹ ਜਿਹੜਾ ਉਹ ਕੈਪੀਟਲ ਇਨਵੈਸਟ ਕਰ ਰਿਹਾ ਉਹ ਹਮੇਸ਼ਾ ਓਨਰ ਦੀ ਲਾਇਬਿਲਿਟੀ ਹੈ, ਤਾਂ ਲਾਇਬਿਲਿਟੀ ਹੋਣ ਕਰਕੇ ਹਮੇਸ਼ਾ ਬੈਲੈਂਸ ਸ਼ੀਟ ਦੇ ਲਾਇਬਿਲਿਟੀ ਸਾਈਡ ਆਏਗਾ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ? ਇਹ 'ਚੋਂ ਕਿਹੜੀ ਸਟੇਟਮੈਂਟ ਟਰੂ ਹੈ? ਬੈਡ ਡੈਬਟ ਰਿਕਵਰਡ ਅਕਾਊਂਟ ਇਜ਼ ਟ੍ਰਾਂਸਫਰ ਟੂ ਸੰਡੀ ਡੈਟਰਸ ਅਕਾਊਂਟ। ਬਿਲ ਆਫ ਐਕਸਚੇਂਜ ਇਜ਼ ਡੋਨ ਬਾय ਦ ਪਰਚੇਜ਼ਰ। ट्रायल बैलेंस स्टैब्लिश द अर्थमेटिक एक्यूरेसी ऑफ द अकाउंटिंग रिकॉर्ड्स। अ वेल मेनटेन्ड एसेट नीड नॉट बी डेप्रिसिएटेड। दसो इस किहड़ा ऑप्शन ट्रू होएगा एक्चुअल च? जो तुसीं ओडी मैनू भी लाओ फॉर्मूला तुहानूं पता लग ही जाएगा इस चों। इस चों किहड़ा ऑप्शन ठीक है? सी। थानू ट्रायल बैलेंस अर्थमेटिक एक्यूरेसी दसदा फॉर अकाउंटिंग रिकॉर्ड्स लई। ठीक है, अगला क्वेश्चन है क्लोजिंग स्टॉक अपीयर इन द ट्रायल बैलेंस शोन इन। ਜਿਹੜਾ क्लोजिंग स्टॉक ट्रायल बैलेंस अपीयर हो रहा मैं कित्थे शो करदा? ट्रेडिंग एंड पी एन अकाउंट, पी एन अकाउंट, बैलेंस शीट ओनली, ट्रेडिंग अकाउंट। दसो, मैं तुहानूं हुणे पिछे समझाया भी है, तुहानूं इहदा आंसर आना चाहिए। ये आएगा ट्रेडिंग एंड बैलेंस शीट अकाउंट। ठीक है फ्रेंड्स, प्रॉफिट ऑन सेल ऑफ ओल्ड पेंट। ਜਿਹੜਾ ਮੈਨੂੰ ਪ੍ਰੋਫਿਟ ਹੋਇਆ ਕੋਈ ਮੈਂ ओल्ड पेंट ਨੂੰ ਸੇਲ ਕੀਤਾ ਉਹ ਮੈਂ ਕਿੱਥੇ ਸ਼ੋ ਕਰਾਂਗਾ? ਇਨ ਟ੍ਰੇਡਿੰਗ ਅਕਾਊਂਟ 'ਚ ਕਰਾਂਗਾ, ਪੀ ਐਨ ਐਪਰੋਪ੍ਰੀਏਸ਼ਨ 'ਚ ਕਰਾਂਗਾ, ਪੀ ਐਨ ਅਕਾਊਂਟ 'ਚ ਕਰਾਂਗਾ, ਬੀਇੰਗ ਇਨ ਨੋਨ ਆਪਰੇਟਿੰਗ ਆਈਟਮ ਇਗਨੋਰਡ ਕਰਾਂਗਾ ਇਹਨੂੰ ਮੈਂ? ਦੱਸੋ, ਇਹ ਮੈਂ ਸ਼ੋ ਕਰਾਂਗਾ ਪੀ ਐਨ ਅਕਾਊਂਟ ਵਿੱਚ। ਠੀਕ ਹੈ, ਇਹ ਪੀ ਐਨ ਅਕਾਊਂਟ ਦਾ ਪਾਰਟ ਹੋਏਗਾ। ਅੱਗੇ ਹੈਗਾ ਕੈਰੇਜ ਔਨ ਗੁड्स परचेज इज शोन इन। ਜਿਹੜਾ ਮੈਂ ਕੈਰੇਜ ਜਿਹੜਾ ਟਰਾਂਸਪੋਰਟੇਸ਼ਨ ਦਾ ਕੋਈ ਵੀ ਖਰਚਾ ਕਰ ਰਹੇ ਹਾਂ ਗੁड्स परचेज ਕਰਨ ਵਕਤ, ਠੀਕ ਹੈ ਨਾ, ਤਾਂ ਉਹ ਮੈਂ ਕੀ ਕਵਾਂਗਾ ਉਸਨੂੰ ਕਿੱਥੇ ਸ਼ੋ ਕਰਾਂਗਾ? ਪੀ ਐਨ ਅਕਾਊਂਟ 'ਚ ਕਰਾਂਗਾ, ਕੈਪੀਟਲਾਈਜ਼ ਵਿਦ ਵਰਕ ਇਨ ਪ੍ਰੋਗਰੈਸ 'ਚ ਕਰਾਂਗਾ, ਟ੍ਰੇਡਿੰਗ ਅਕਾਊਂਟ 'ਚ ਕਵਾਂਗਾ ਜਾਂ ਬੈਲੈਂਸ ਸ਼ੀਟ 'ਚ ਦੱਸਾਂਗਾ? ਇਹ ਆਏਗਾ ਟ੍ਰੇਡਿੰਗ ਅਕਾਊਂਟ ਵਿੱਚ। ਠੀਕ ਹੈ, परचेसिस ਵਿੱਚ डायरेक्ट एक्सपेंसिस के हिसाब से ऐड हो जाएगा, प्लस हो जाएगा। ठीक है, अ बिल ऑफ एक्सचेंज इज ड्रॉन ऑन 1 अप्रैल 2012 पेबल आफ्टर द तीन मंथ मतलब 3 महीने बाद द ड्यू डेट ऑफ द बिल। तो मेरी जो 3 महीने बाद की डेट बनेगी? मैं तुहानूं बिल एक्सचेंज कराया सी, तुसीं मैनूं ध्यान नाल ऑब्जर्व करके दसो कि 1 अप्रैल 2000 बनाया तो 3 महीने बाद किहड़ी डेट बनेगी जदों जिहड़ा वो बिल एक्सचेंज है ਜਿਹੜਾ ਜਿਹਨੇ ਮਾਲ ਪਰਚੇਸ ਕੀਤਾ ਉਹ ਪੈਸੇ ਪੇ ਕਰੇਗਾ ਸੈਲਰ ਨੂੰ। ਦੱਸੋ ਕਿਹੜੀ ਡੇਟ ਹੋਏਗੀ? 30 ਜੂਨ 2012 ਹੋਏਗੀ, 1 ਜੁਲਾਈ ਹੋਏਗੀ 2012, 4 ਜੁਲਾਈ 2012, 4 ਅਗਸਤ 2012? ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਇਹ ਹੋਏਗਾ, ਦੱਸੋ, ਇਹ ਹੋਏਗਾ 4 ਜੁਲਾਈ 2012। ਕਿਉਂ ਹੋਏਗਾ?
दसो सोचो। क्योंकि इसके ग्रेस डेस लग गए, ठीक है ना, प्लस 3 डेज के ग्रेस डेस लग गए, नहीं तो एक जुलाई तो हो सकता सी, 4 जुलाई उन्हें क्यों किया है? क्यों किया है? क्योंकि 3 दिन की ग्रेस मिलती है, रूल्स है उसका बिल ऑफ एक्सचेंज का, ठीक है ना। अगला क्वेश्चन है, द नोटिंग चार्जेस लिव्ड ऑन द डिसऑनर ऑफ द इंडोर्स बिल्ड एज द नोटरी नोटरी पब्लिक आर टू बी बोर्न बाय। कौन बोर्न करता है एक्चुअल च, कौन बोर्न करता है? ड्रॉअर ऑफ द बिल, द पर्सन रिस्पोंसिबल फॉर द डिसऑनर, द होल्डर ऑफ द बिल, द इंडोर्सर ऑफ द बिल। ਜੇ ਨੋਟਰੀ ਚਾਰजेस ਕੀ ਹੁੰਦੇ ਆ? ਜਦੋਂ ਮੇਰਾ ਬਿੱਲ ਬਾਉਂਸ ਹੋ ਗਿਆ ਤਾਂ ਜਿਹੜੇ ਉਸ ਦਾ ਜਿਹੜਾ ਨੋਟਿਸ ਭੇਜਦਾ ਹੈ, ਜਿਹੜਾ ਸਪੋਜ਼ ਕਰੋ ਉਹ ਜਿਹੜੀ ਪਾਰਟੀ ਨੋਟਿਸ ਭੇਜਦੀ ਹੈ, ਕੋਈ ਬੈਂਕ ਵੀ ਹੋ ਸਕਦਾ ਹੈ, ਕੋਈ ਇੰਡੋਰਸੀ ਵੀ ਹੋ ਸਕਦਾ ਹੈ, ਠੀਕ ਹੈ। ਉਹ ਪਾਰਟੀ ਨੂੰ ਜਿਹੜਾ ਨੋਟਿਸ ਭੇਜਦੀ ਉਹਦੇ ਉੱਪਰ ਜਿਹੜਾ ਖਰਚਾ ਆਉਂਦਾ, ਪਹਿਲੇ ਤਾਂ ਇੰਡੋਰਸੀ ਆਪ ਕਰ ਲੈਂਦਾ, ਮਗਰ ਉਸਨੇ ਐਕਚੁਅਲ ਖਰਚਾ ਕਿਸ ਤੋਂ ਲੈਣਾ ਹੁੰਦਾ? ਜਿਸ ਤੋਂ ਉਹਨੇ ਬਿੱਲ ਲਿੱਤਾ ਹੈ, ਠੀਕ ਹੈ ਨਾ। ਤਾਂ ਜਿਹੜਾ ਨੋਟਿੰਗ ਚਾਰजेस ਹੁੰਦੇ ਆ ਉਹ ਐਕਚੁਅਲ 'ਚ ਕੌਣ ਉਸਦਾ ਲਾਇਬਲ ਹੁੰਦਾ ਇੰਡਾਇਰੈਕਟਲੀ? ਦੱਸੋ। ਇਹ ਕਰੇਗਾ ਬੀ ਆਪਸ਼ਨ, ਦ ਪਰਸਨ ਰਿਸਪੋਂਸਿਬਲ ਫॉर डिसओनर। ਜਿਹੜਾ ਐਕਚੁਅਲ डिसओनर ਹੈ ਕੌਣ ਹੋਏਗਾ? ਡਰੋਈ ਹੁੰਦਾ ਐਕਚੁਅਲ 'ਚ, ਉਹਨੇ ਹੀ ਪੇ ਨਹੀਂ ਕੀਤੇ ਤਾਂ ਹੀ ਬਾਉਂਸ ਹੋਇਆ, ਠੀਕ ਹੈ ਨਾ ਫਰੈਂਡਸ। ਅੰਡਰ ਵਿਚ ਆਫ ਦ ਫੋਲੋਇੰਗ ਸਿਚੁਏਸ਼ਨਸ ਇਜ਼ ਜਨਰਲ ਐਂਟਰੀ ਨੋਟ ਪਾਸਡ ਇਨ ਦ ਬੁੱਕਸ ਆਫ ਡਰੋਅਰ। ਕਿਹੜੀ ਸਿਚੁਏਸ਼ਨ ਵਿੱਚ ਡਰੋਅਰ ਜਿਹੜਾ ਸੈਲ ਕਰ ਰਿਹਾ, ਮਾਲ ਵੇਚ ਰਿਹਾ, ਠੀਕ ਹੈ, ਉਹ ਆਪਣੇ ਅਕਾਊਂਟਸ ਵਿੱਚ ਐਂਟਰੀ ਨਹੀਂ ਦੱਸੇਗਾ। ਕਿਹੜੀ ਸਿਚੁਏਸ਼ਨ ਹੋਏਗੀ? ਜਦੋਂ ਪਹਿਲਾ ਕੁਐਸਚਨ ਹੈ, ਪਹਿਲਾ ਆਪਸ਼ਨ ਹੈ ਸੌਰੀ, ਜਦ ਡਿਸਕਾਊਂਟ ਹੋ ਗਿਆ ਬਿੱਲ, ਤੇ ਜਦੋਂ ਡਿਸਕਾਊਂਟ ਹੋਇਆ ਬਿੱਲ ਤੇ ਡਿਊ ਡੇਟ ਤੇ ਡਰਾਈ ਨੇ ਓਨਰ ਕਰਤਾ, ਤਦ ਉਹ ਡਰੋਅਰ ਦਿਖਾਏਗਾ ਐਂਟਰੀ ਜਾਂ ਨਹੀਂ ਦਿਖਾਏਗਾ? ਦੱਸੋ ਮੈਨੂੰ। ਜਾਂ ਬਿੱਲ ਸੈਂਟ ਫੋਰ ਕਲੈਕਸ਼ਨ 'ਚ ਭੇਜਤਾ, ਜਾਂ ਬਿੱਲ ਇਜ਼ ਰੀਨਿਊਡ ਐਟ ਦ ਰਿਕੁਐਸਟ ਆਫ ਦੀ ਡਰੋਈ, ਜਾਂ ਡੈਟਰ ਨੇ ਐਕਸੈਪਟ ਕਰ ਲਿਆ ਬਿੱਲ ਡਰੋਨ ਬਾਈ ਡਰੋਰ, ਜਦ ਡੈਟਰ ਨੇ ਐਕਸੈਪਟ ਕਰ ਲਿਆ ਬਿੱਲ, ਜਦੋਂ ਡਰੋਰ ਕੀਤਾ ਬਿੱਲ ਨੂੰ, ਡਰੋਨ ਕੀਤਾ ਮਤਲਬ। ਦੱਸੋ ਕਿਹੜੀ ਆਪਸ਼ਨ ਵਿੱਚ ਜਿਹੜਾ ਡਰੋਅਰ ਆ, ਸੈਲਰ ਆ, ਉਹ ਆਪਣੇ ਅਕਾਊਂਟਸ ਵਿੱਚ ਉਹ ਐਂਟਰੀ ਉਸ ਡੇਟ ਦੇ ਹਿਸਾਬ ਸਿਰ ਨਹੀਂ ਪਾਏਗਾ? ਕਦੋਂ, ਕਿਹੜੀ ਸਿਚੁਏਸ਼ਨ ਆਏਗੀ? ਉਹ ਹੋਏਗੀ ਵੈਨ ਅ ਡਿਸਕਾਊਂਟਡ ਬਿੱਲ ਇਜ਼ ਓਨਰਡ ਬਾਈ ਦ ਡਰੋਈ ਔਨ ਦ ਡਿਊ ਡੇਟ, ਠੀਕ ਹੈ। ਡਿਸਕਾਊਂਟਿੰਗ ਬਿੱਲ 'ਚ ਕੀ ਹੁੰਦਾ ਕਿ ਬੈਂਕ ਤੋਂ ਜਿਹੜਾ ਸੈਲਰ ਆ ਉਹ ਪਹਿਲੀ ਪੈਸੇ ਲੈ ਲੈਂਦਾ, ਅਤੇ ਬੈਂਕ ਨੂੰ ਕਹਿੰਦਾ ਤੂੰ ਉਸ ਡਿਊ ਡੇਟ 'ਤੇ ਜਾ ਕੇ ਪੈਸੇ ਲੈ ਲਈ ਆਪੇ, ਠੀਕ ਹੈ। ਤਾਂ ਉਸ ਵਕਤ ਜਦੋਂ ਆਪਣੇ ਪੈਸੇ ਲੈਣ ਬੈਂਕ ਜਾਂਦਾ ਹੈ ਡਿਊ ਡੇਟ 'ਤੇ, ਜਦੋਂ ਡਿਊ ਡੇਟ ਆਉਂਦੀ ਹੈ ਗ੍ਰੇਸ ਡੇਸ ਲੱਗ ਕੇ, ਠੀਕ ਹੈ, ਉਦੋਂ ਡਰੋਅਰ ਦਾ ਜਿਹੜਾ ਸੈਲਰ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕਿਉਂਕਿ ਉਹ ਉਹਨੂੰ ਪੈਸੇ ਮਿਲ ਚੁੱਕੇ ਨੇ, ਠੀਕ ਹੈ। ਤਾਂ ਉਹ ਕੋਈ ਐਂਟਰੀ ਨਹੀਂ ਪਾਏਗਾ, ਸੈਲਰ ਕੋਈ ਐਂਟਰੀ ਨਹੀਂ ਪਾਏਗਾ। ਅਗਲਾ ਕੁਐਸਚਨ ਹੈ, ਹਾਊ ਮੈਨੀ ਪਾਰਟੀਜ਼ ਆਰ ਜਨਰਲੀ ਫਾਊਂਡ ਇਨ ਬਿਲ ਐਕਸਚੇਂਜ। ਕਿੰਨੀਆਂ ਪਾਰਟੀਆਂ ਫਾਊਂਡ ਹੁੰਦੀਆਂ ਬਿਲ ਐਕਸਚੇਂਜ ਵਿੱਚ? 4, 2, 3, 5, ਦੱਸੋ। ਇਹ ਆਏਗਾ 3 ਹੀ ਹੁੰਦੀ ਹੈ, ਠੀਕ ਹੈ ਨਾ। ਡਰੋਅਰ, ਡਰੋਈ, ਪੇਈ ਕੋਈ ਵੀ ਹੋ ਸਕਦਾ, ਠੀਕ ਹੈ ਨਾ, ਬੈਂਕ ਹੋ ਸਕਦਾ, ਠੀਕ ਹੈ, ਜਾਂ ਡਰੋਅਰ ਵੀ ਹੋ ਸਕਦਾ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਦੀਸ ਇਜ਼ ਨੋਟ ਐਨ ਐਸੈਂਸ਼ੀਅਲ ਫੀਚਰ ਆਫ ਦੀ ਬਿਲ ਐਕਸਚੇਂਜ। ਇਹ 'ਚੋਂ ਕਿਹੜਾ ਫੀਚਰ ਐਸੈਂਸ਼ੀਅਲ ਨਹੀਂ ਹੈ ਬਿਲ ਐਕਸਚੇਂਜ ਦਾ? ਅਨਕੰਡੀਸ਼ਨਲ ਸਰਟਨਿਟੀ ਆਫ ਦੀ ਅਮਾਊਂਟ ਇਨ ਰਾਈਟਿੰਗ, ਅਮਾਊਂਟ ਟੂ ਬੀ ਪੇਡ ਇਨ ਫੋਰਨ ਕਰੰਸੀ। ਇੱਕ ਐਸੈਂਸ਼ੀਅਲ ਫੀਚਰ ਨਹੀਂ ਹੈ, ਜ਼ਰੂਰੀ ਨਹੀਂ ਹੈ। ਦੱਸੋ ਕਿਹੜਾ ਫੀਚਰ ਹੋ ਸਕਦਾ? ਇਹ ਹੋਏਗਾ ਡੀ ਆਪਸ਼ਨ, ਕੋਈ ਫੋਰਨ ਕਰੰਸੀ ਵਿੱਚ ਪੇਡ ਕਰਨ ਦੀ ਐਸੀ ਕੋਈ ਫੀਚਰ ਨਹੀਂ ਹੈ, ਠੀਕ ਹੈ ਨਾ, ਠੀਕ ਹੈ। ਅਮਾਊਂਟ ਜਿਹੜੀ ਹੈ ਮੈਨੇ ਫੋਰਨ ਕਰੰਸੀ 'ਚ ਹੀ ਪੇ ਕਰਨੀ ਹੈ। ਬਾਕੀ ਜਿਹੜੇ ਅਨਕੰਡੀਸ਼ਨਲ ਹੈ ਇਹ ਫੀਚਰ ਹੈਗਾ ਉਹਦਾ, ਜ਼ਰੂਰੀ ਹੈ। ਸਰਟਨਿਟੀ ਆਫ ਦੀ ਅਮਾਊਂਟ ਇਹ ਵੀ ਜ਼ਰੂਰੀ ਹੈ। ਇਨ ਰਾਈਟਿੰਗ ਵਿੱਚ ਹਾਂ ਇਹ ਵੀ ਜ਼ਰੂਰੀ ਹੈ। ਵਿਚ ਆਫ ਦਾ ਫੋਲੋਇੰਗ ਥੀਸ ਆਰ ਨੋਟ ਰਿਕੁਆਇਰਡ ਇਨ ਦਾ ਪ੍ਰੋਮਿਸਰੀ ਨੋਟ। ਕਿਹੜੀ ਚੀਜ਼ਾਂ ਰਿਕੁਆਇਰਡ ਨਹੀਂ ਹੁੰਦੀਆਂ? ਦੱਸੋ। ਅਸੈਪਟੈਂਸ, ਅਨਕੰਡੀਸ਼ਨਲ ਪ੍ਰੋਮਿਸ ਟੂ ਪੇ, ਪ੍ਰੋਪਰਲੀ ਸਟੈਂਪਡ, ਪੇਮੈਂਟ ਟੂ ਬੀ ਮੇਡ ਬਾਏ ਲੀਗਲ ਕਰੰਸੀ, ਸੌਰੀ ਪੇਮੈਂਟ ਟੂ ਬੀ ਮੇਡ ਲੀਗਲ ਕਰੰਸੀ। ਇਹ 'ਚੋਂ ਕਿਹੜੀ ਜਿਹੜੀ ਰਿਕੁਆਇਰਡ ਨਹੀਂ ਹੁੰਦੀ? ਕਿਹੜੀ ਆਪਸ਼ਨ ਐਸੀ ਹੈ ਜੋ ਪ੍ਰੋਮਿਸਰੀ ਨੋਟ ਲਈ ਰਿਕੁਆਇਰਡ, ਉਹਦੇ ਲਈ ਜ਼ਰੂਰੀ ਨਹੀਂ ਹੁੰਦੀ? ਇਹਦਾ ਆਨਸਰ ਹੋਏਗਾ ਅਸੈਪਟੈਂਸ। ਪ੍ਰੋਮਿਸਰੀ ਨੋਟ ਵਿੱਚ ਅਸੈਪਟੈਂਸ ਦੀ ਲੋੜ ਨਹੀਂ ਹੁੰਦੀ। ਬਿਲ ਐਕਸਚੇਂਜ ਵਿੱਚ ਅਸੈਪਟੈਂਸ ਦੀ ਲੋੜ ਹਮੇਸ਼ਾ ਜਿਹੜਾ ਪਰਚੇਸ ਕਰ ਰਿਹਾ ਉਹ ਹਮੇਸ਼ਾ ਅਸੈਪਟ ਕਰੇਗਾ ਹੀ ਕਰੇਗਾ, ਮਗਰ ਪ੍ਰੋਮਿਸਰੀ ਨੋਟ ਵਿੱਚ ਐਸੀ ਕੋਈ ਰਿਕੁਆਇਰਮੈਂਟ ਨਹੀਂ ਹੈ। ਡਰੋਈ ਦਾ ਕੀ ਮੀਨ ਹੋਇਆ? ਦੱਸੋ ਮੈਨੂੰ। ਮੇਕਸ ਦਾ ਆਰਡਰ, ਅਸੈਪਟ ਇਟ, ਟੇਕਸ ਦੀ ਪੇਮੈਂਟ ਔਨ ਡਿਊ ਡੇਟ, ਕ੍ਰੈਡੀਟਰ। ਦੱਸੋ।
ਐਕਚੁਅਲ 'ਚ ਤੁਸੀਂ ਮੀਨਿੰਗ ਦੱਸਣਾ ਹੈ, ਡੈਫੀਨੇਸ਼ਨ ਦੇ ਹਿਸਾਬ 'ਚ ਦੱਸਣਾ ਹੈ ਕਿ ਡਰੋਰ ਦਾ ਕੀ ਮਤਲਬ ਸੀ। ਜੇ ਤੁਹਾਨੂੰ ਡਰੋਰ ਦਾ ਮਤਲਬ ਪਤਾ ਹੈ ਤਾਂ ਡਰੋਈ ਦਾ ਮਤਲਬ ਤੁਹਾਨੂੰ ਆਪੇ ਆਪ ਸਮਝ ਆ ਜਾਏਗਾ। ਇਹਦਾ ਆਂਸਰ ਕੀ ਆਏਗਾ? ਬੀ, ਜੋ ਅਸੈਪਟ ਕਰ ਰਿਹਾ ਪਰਚੇਸ, ਜਿਹੜਾ ਪਰਚੇਸ ਕਰ ਰਿਹਾ ਉਹ ਬਿੱਲ ਅਸੈਪਟ ਕਰ ਰਿਹਾ। ਠੀਕ ਹੈ, ਤੋਰੇ ਕੀ ਆ ਜਾਏਗਾ? ਬੀ ਆਪਸ਼ਨ। ਠੀਕ ਹੈ ਫਰੈਂਡਸ, ਇਹ ਸਾਡੇ ਅੱਜ ਦੇ 50 ਕੁਐਸਚਨ ਸੀ। ਠੀਕ ਹੈ ਨਾ, ਹੁਣ ਤੁਸੀਂ ਮੈਨੂੰ ਕਮੈਂਟ ਕਰਿਓ, ਦੱਸਿਓ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਠੀਕ ਹੈ, ਅਤੇ ਤੁਹਾਡੇ ਤੋਂ ਮੈਂ 2 ਕੁਐਸਚਨ ਪੁੱਛੇ ਨੇ, ਉਹਨੂੰ ਅਬਜ਼ਰਵ ਕਰਿਓ ਤਾਂ ਮੈਨੂੰ ਦੱਸਿਓ। 2 ਕੁਐਸਚਨ ਹੋਣਗੇ 25 ਤੋਂ 26। 25 ਜਾਂ 26 ਸੀ, ਨਹੀਂ 27 ਸੋਰੀ, ਨਹੀਂ ਹਾਂ 26 ਤੇ 27 ਸੀ, ਸੋਰੀ 26 ਤੇ 27 ਜਿਹੜਾ ਕੁਐਸਚਨ ਹੈ, ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦੇਣਾ। ਠੀਕ ਹੈ ਨਾ, ਠੀਕ ਹੈ ਨਾ, ਕਿਉਂਕਿ ਇਹ ਤੁਸੀਂ ਥੋੜ੍ਹਾ ਅਬਜ਼ਰਵ ਕਰੋਗੇ, ਐਂਟਰੀ ਬਹੁਤ ਆਸਾਨ ਹੈ। ਠੀਕ ਹੈ, ਜੇ ਕਿਸੇ ਨੂੰ ਪ੍ਰੋਬਲਮ ਆਵੇ, ਜੇ ਨਹੀਂ ਸਮਝ ਆਵੇ ਤਾਂ ਮੈਂ ਉਸੇ ਕਮੈਂਟ ਵਿੱਚ ਰਿਪਲਾਈ ਵੀ ਕਰਾਂਗਾ। ਠੀਕ ਹੈ, ਠੀਕ ਹੈ ਨਾ ਫਰੈਂਡਸ, ਮੈਂ ਤੁਹਾਡਾ ਪਾਰਟਿਸਿਪੇਸ਼ਨ ਚਾਹੁੰਦਾ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ ਫਰੈਂਡਸ, ਸੋ ਅੱਜ ਲਈ ਇੰਨਾ ਹੀ। ਹੁਣ ਅਸੀਂ ਕੱਲ੍ਹ ਮਿਲਾਂਗੇ। ਕੱਲ੍ਹ ਆਪਣਾ ਉਹੀ ਟੌਪਿਕ ਜਿਹੜਾ ਕੋਸਟ ਅਕਾਊਂਟਿੰਗ ਸ਼ੁਰੂ ਕੀਤਾ ਸੀ ਉਹਨੂੰ ਕੰਟੀਨਿਊ ਕਰਾਂਗੇ। ਠੀਕ ਹੈ ਨਾ, ਅਤੇ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ, ਅਤੇ ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਵੇ ਤੁਹਾਨੂੰ। ਠੀਕ ਹੈ ਫਰੈਂਡਸ, ਅਤੇ ਜੇ ਵੀਡੀਓ ਚਲਾਉਂਦੇ ਹੋਏ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਮੇਰੇ ਵੱਲੋਂ ਮਾਫੀ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।